ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਮ ਗੁਰੂ ਸਾਹਿਬਾਨ, ਕਿਰਪਾ ਕਰਨਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਪਜੀ ਸਾਹਿਬ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਸੁਭਾਗਾ ਸਮਾਂ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਦੀ ਡੂੰਘਾਈ ਵਿੱਚ ਜਾਣ ਦਾ ਇੱਕ ਯਤਨ ਕਰ ਸਕਦੇ ਹਾਂ। ਇਹੋ ਜਿਹਾ ਸਮਾਂ ਹੈ ਜਦੋਂ ਇਸ ਅੰਮ੍ਰਿਤ ਵਰਗੀ ਬਾਣੀ ਵਿੱਚ ਅਸੀਂ ਆਪਣੇ ਮਨ ਨੂੰ, ਸੁਰਤ ਨੂੰ, ਸ਼ਬਦ ਨੂੰ, ਵਿਚਾਰ ਨੂੰ ਉਤਾਰ ਸਕਦੇ ਹਾਂ। ਇੱਕ ਪ੍ਰੇਮ ਦਾ ਸੋਮਾ ਹੈ ਜਿਹਦੇ ਵਿੱਚ ਇਸ਼ਨਾਨ ਕਰ ਸਕਦੇ ਹਾਂ। ਦੁਨੀਆ ਦੇ ਸੱਤ ਨੂੰ ਜਾਣਨ ਦਾ ਇੱਕ ਰਸਤਾ ਹੈ ਜਿਹਦੇ ਨਾਲ ਸੈਲੀਬ੍ਰੇਸ਼ਨ ਨਾਲ ਨਾਲ ਚੱਲਦੀ ਹੈ, ਰਾਗ ਨਾਲ ਨਾਲ ਚੱਲਦਾ ਹੈ, ਨਾਦ ਨਾਲ ਨਾਲ ਚੱਲਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੋਥੀ ਨਾਲ ਰੱਖ ਕੇ ਗਏ ਹਨ ਜਿੱਥੇ ਵੀ ਗਏ ਹਨ, ਔਰ ਉਸ ਪੋਥੀ ਵਿੱਚ ਦਰਜ ਕਰਦੇ ਰਹੇ ਹਨ ਬਾਣੀ ਨੂੰ। ਗੁਰੂ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਉਹ ਬਾਣੀਆਂ ਨੇ ਜਿਹੜੀਆਂ ਉਹਨਾਂ ਨੇ ਆਪ ਚੁਣ ਵੀ ਕੀਤੀਆਂ ਨੇ। ਜਪਜੀ ਸਾਹਿਬ ਇੱਕ ਸਿੱਖ ਦੇ ਜੀਵਨ ਵਿੱਚ ਸਵੇਰ ਦੇ ਸਮੇਂ ਵਿੱਚ, ਆਰੰਭ ਦੇ ਦਿਨ ਵਿੱਚ ਸ਼ੁਰੂ ਹੁੰਦਾ ਹੈ। ਉਸ ਵੇਲੇ ਜਪਜੀ ਸਾਹਿਬ ਗਾਈ ਜਾਂਦੀ ਹੈ, ਉਸ ਵੇਲੇ ਜਪਜੀ ਸਾਹਿਬ ਨਾਲ ਸਾਂਝ ਕੀਤੀ ਜਾਂਦੀ ਹੈ ਜਦੋਂ ਦਿਨ ਸਿੱਖ ਦਾ ਦਿਨ ਸ਼ੁਰੂ ਹੁੰਦਾ ਹੈ। ਜਿਵੇਂ ਕੋਈ ਬੀਜ ਨੂੰ ਸੰਭਾਲਿਆ ਜਾਏ, ਦਿਨ ਦੇ ਬੀਜ ਨੂੰ ਸੰਭਾਲ ਲਈਏ ਤਾਂ ਉਸ ਤੋਂ ਜਿਹੜੀ ਪਣਪ ਕੇ ਫਿਰ ਜੋ ਪੌਦਾ ਨਿਕਲੇਗਾ ਉਸ ਬੀਜ ਵਰਗਾ ਹੀ ਹੋਏਗਾ। ਜਪਜੀ ਸਾਹਿਬ ਸਿੱਖ ਦੇ ਜੀਵਨ ਦਾ ਇੱਕ ਬੀਜ ਹੈ ਜਿੱਥੋਂ ਸਿੱਖ ਆਪਣੇ ਰਸਤੇ ਨੂੰ ਚੱਲਦਾ ਹੈ, ਗਿਆਨ ਪ੍ਰਾਪਤ ਕਰਨ ਨੂੰ ਤੁਰਦਾ ਹੈ, ਪੁੱਗ ਜਾਂਦਾ ਹੈ। ਮਹਾਰਾਜ ਨੇ 38 ਪੌੜੀਆਂ 2 ਸ਼ਲੋਕਾਂ ਵਿੱਚ ਇਹ ਬਾਣੀ ਦਰਜ ਕੀਤੀ ਹੈ। ਪੌੜੀ ਦਾ ਅਰਥ ਸਿੱਧਾ ਸਿੱਧਾ ਪੰਜਾਬੀ ਵਿੱਚ ਸੀੜੀ ਹੋ ਗਿਆ ਹੈ। ਜਿਵੇਂ ਚੜ੍ਹ ਕੇ ਅਸੀਂ ਚੜ੍ਹੀਏ ਹੋਏ 21 ਇਹਨਾਂ ਪੌੜੀਆਂ ਵਿੱਚ ਚੜ੍ਹਦੇ ਜਾਈਏ ਤੇ ਸ੍ਰਿਸ਼ਟੀ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਨਾਲ ਸਾਡੇ ਮਨ ਵਿੱਚ ਸਾਹਿਬ ਦੱਸਦੇ ਨੇ ਨਾਦ ਵੀ ਉਤਰ ਜਾਂਦਾ ਹੈ ਗਿਆਨ ਦੇ ਨਾਲ। ਇੱਕ ਪ੍ਰੋਜ਼ ਔਰ ਪੋਇਟਰੀ ਨਾਲ ਨਾਲ ਚੱਲਦੀ ਹੈ, ਇੱਕ ਸਹਿਜ ਔਰ ਪ੍ਰੇਮ ਨਾਲ ਨਾਲ ਚੱਲਦਾ ਹੈ। ਇਹ ਵਿਧੀਆਂ ਨੇ ਜਾਣਨ ਦੀ, ਮਨ ਦੇ ਅੰਤਰ ਦੇ ਗਿਆਨ ਦੀ ਅਵਸਥਾ ਨੂੰ ਖੋਲਦੇ ਹਨ ਮਹਾਰਾਜ ਜਪਜੀ ਸਾਹਿਬ ਦੇ। ਮਨ ਨੂੰ ਜਿਵੇਂ ਸਾਨੂੰ ਸਮਝਾਉਂਦੇ ਨੇ ਮਨ ਕਿਵੇਂ ਹੈ, ਮਨ ਨੂੰ ਕਿਵੇਂ ਸੰਭਾਲਣਾ ਹੈ। ਜਪਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਹਿਲਾਂ ਦਰਜ ਹੈ। ਔਰ ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਪ੍ਰਸ਼ਨ ਮਹਾਰਾਜ ਜਿਹੜੇ ਚੱਕਦੇ ਹਨ, ਉਹ ਸਮਝ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਵਿੱਚ ਉਹਨਾਂ ਦਾ ਹੀ ਵਿਖਿਆਨ, ਉਹਨਾਂ ਬਾਰੇ ਹੀ ਗੱਲ ਚੱਲਦੀ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਇੱਕ ਇਕਮੁਖਤਾ ਹੈ ਨਿਰੰਕਾਰ ਨਾਲ, ਇੱਕ ਤਰ੍ਹਾਂ ਦੀ ਸਾਂਝ ਹੈ, ਕੋਈ ਦੂਰੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਬਾਣੀ ਆਂਦੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲੋ। ਕਦੇ ਸਾਹਿਬ ਆਪਣੇ ਆਪ ਨੂੰ ਢਾਡੀ ਵੀ ਕਹਿ ਜਾਂਦੇ ਹਨ। ਹਉ ਢਾਡੀ ਕਾ ਨੀਚ ਜਾਤ, ਆਪਣੇ ਆਪ ਨੂੰ ਨੀਵਾਂ ਵੀ ਗਣਾਉਂਦੇ ਨੇ। ਨਾਲ ਇਸ ਗੱਲ ਵਿੱਚ ਬਹੁਤ ਲੱਗਦਾ ਐਵੇਂ ਹੈ ਜਿਵੇਂ ਖੁਸ਼ੀ ਜ਼ਾਹਿਰ ਕਰਦੇ ਨੇ ਕਿ ਉਹ ਉਸ ਦੇ ਗੁਣ ਗਾ ਰਹੇ ਹਨ। ਇੱਕ ਰਬਾਬੀ ਮਰਦਾਨਾ ਤੇ ਇੱਕ ਗੁਰੂ ਨਾਨਕ ਸਾਹਿਬ ਇਹ ਦੁਨੀਆ ਦੇ ਭੇਦ ਖੋਲਦੇ ਚੱਲਦੇ ਹਨ। ਜਪਜੀ ਸਾਹਿਬ ਦੀ ਇਹ ਵਿਚਾਰ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਹਾਰਾਜ ਸਾਨੂੰ ਕੀ ਸਮਝਾਉਂਦੇ ਹਨ।
ਸਾਡੇ ਨਾਲ ਇਹਦਾ ਕੀ ਰਿਲੇਸ਼ਨ ਪੈਂਦਾ ਹੈ, ਸਾਨੂੰ ਇਹਦੇ ਨਾਲ ਮੈਨੂੰ ਕੀ ਐਕਸਪੀਰੀਅੰਸ ਕੀ ਜਾਣਦਾ ਹੈ, ਕਿਉਂਕਿ ਜਪਜੀ ਔਰ ਬਾਣੀ ਇੱਕ ਐਕਸਪੀਰੀਐਂਸ਼ੀਅਲ ਗੱਲ ਹੈ, ਇੱਕ ਐਕਸਪੀਰੀਅੰਸ ਕਰਨ ਵਾਲੀ ਗੱਲ ਹੈ। ਜੀਵਨ ਨੂੰ, ਨਿਰੰਕਾਰ ਨੂੰ ਜਾਣਨ ਦੀ ਵਿਧੀ ਹੈ। ਜਪਜੀ ਸਾਹਿਬ ਦੇ ਆਰੰਭ ਵਿੱਚ ਜਦੋਂ ਨਾਮ ਜਪ ਕਿਹਾ ਹੈ ਤਾਂ ਨਾਮ ਇੱਕ ਵਰਬ ਵੀ ਹੈ, ਪਰ ਜਪਜੀ ਦੇ ਵਿੱਚ ਜਪ ਨਾਮ ਕਿਹਾ ਹੈ ਸਾਹਿਬ ਨੇ। ਅਸੀਂ ਜੀ ਨੂੰ ਆਦਰ ਸਤਿਕਾਰ ਨਾਲ ਜੀ ਲਗਾਉਂਦੇ ਹਾਂ। ਜਪ ਦੀ ਬਾਣੀ ਵਿੱਚ ਵਰਬ ਜਪ ਹੋਇਆ, ਜਪਣਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਕਿਰਪਾ ਸਾਹਿਬ ਦੀ ਹੈ, ਇਹ ਮੌਕਾ ਸਾਨੂੰ ਮਿਲਿਆ ਹੈ, ਇਹ ਜਾਣਨ ਦਾ ਮੌਕਾ ਮਿਲਿਆ ਹੈ ਕਿ ਜਪਜੀ ਸਾਹਿਬ ਵਿੱਚ ਸਾਨੂੰ ਸਾਹਿਬ ਕੀ ਆਦੇਸ਼ ਕਰਦੇ ਨੇ। ਜਿੱਥੇ ਗਿਆਨ ਬਖਸ਼ਦੇ ਨੇ, ਉੱਥੇ ਇੱਕ ਨਾਦ ਦੀ ਫਲਾਈਟ ਵੀ ਬਖਸ਼ਦੇ ਨੇ, ਇੱਕ ਮਨ ਦੀ ਉਡਾਰੀ ਵੀ ਬਖਸ਼ਦੇ ਨੇ, ਇੱਕ ਮਨ ਦਾ ਪ੍ਰੇਮ ਵੀ ਬਖਸ਼ਦੇ ਨੇ, ਇੱਕ ਰਾਹ ਦੱਸਦੇ ਨੇ ਸਿੱਧ ਕਰਨ ਦਾ, ਸਾਧਨ ਦਾ ਮਨ ਨੂੰ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਇਹ ਪ੍ਰਗਟ ਹੋਈ ਹੈ ਬਾਣੀ, ਔਰ ਇਸ ਬਾਣੀ ਦੀ ਵਿਚਾਰ ਵਿੱਚ ਅਸੀਂ ਕੁਝ ਦਿਨ ਆਪਣੇ ਮਨ ਨੂੰ ਲੀਨ ਕਰਨ ਦਾ ਯਤਨ ਕਰਾਂਗੇ। ਮੈਂ ਆਪ ਸਭ ਨੂੰ ਇਨਵਾਈਟ ਕਰਦਾ ਹਾਂ ਕਿ ਆਓ ਇਸ ਬਾਣੀ ਨਾਲ ਸਾਂਝ ਪਾਈਏ, ਬਾਣੀ ਨੂੰ ਜਾਣੀਏ, ਆਪਣੇ ਆਪ ਨੂੰ ਜਾਣੀਏ, ਔਰ ਨਾਮ ਔਰ ਮਨ ਦੇ ਰਿਸ਼ਤੇ ਨੂੰ ਕਿਵੇਂ ਦ੍ਰਿੜ ਕਰਨਾ ਹੈ। ਨਾਮ ਦੇ ਸਹਾਰੇ ਨਾਮ ਇੱਕ ਪੌੜੀ ਬਣ ਕੇ ਮੈਨੂੰ ਉਡਾਰੀ ਦਾ ਇੱਕ ਰਸਤਾ ਬਣ ਜਾਏ ਸੁਰਤ ਦੀ, ਇਹ ਕਿਵੇਂ ਹੋ ਸਕਦਾ ਹੈ? ਜਪਜੀ ਵਿੱਚ ਮੈਨੂੰ ਕੀ ਸਮਝਾਉਂਦੇ ਨੇ ਮਹਾਰਾਜ? ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੇ ਪਾਲ। ਸਾਨੂੰ ਸਾਹਿਬ ਆਦੇਸ਼ ਕਰਦੇ ਨੇ ਕਿ ਸਤ ਬਣਨਾ ਹੈ, ਸਚਿਆਰਾ ਹੋਣਾ ਹੈ। ਉਹ ਕਿਵੇਂ ਹੋਣਾ ਹੈ? ਉਹਦਾ ਰਾਹ ਕੀ ਹੈ, ਕੀ ਅਪਰੋਚ ਹੈ, ਕੀ ਐਟੀਟਿਊਡ ਹੈ, ਕਿਹੜਾ ਗਿਆਨ ਹੈ, ਕਿਹੜਾ ਤਰੀਕਾ ਹੈ, ਕਿਹੜਾ ਆਪਣੇ ਸਵੈ ਪੜਤਾਲ ਵਿੱਚ ਜਾਣ ਦੀ ਵਿਧੀ ਹੈ ਜਿਸ ਨਾਲ ਇਹ ਗਿਆਨ ਪ੍ਰਾਪਤ ਹੋਏਗਾ। ਰੱਬ ਹੈ ਕੀ, ਰੱਬ ਕਿੱਥੇ ਰਹਿੰਦਾ ਹੈ, ਉਹਦਾ ਕੀ ਆਕਾਰ ਹੈ, ਉਹਦੀ ਪੂਜਾ ਕਿਵੇਂ ਹੈ, ਉਸ ਨੂੰ ਕਿਹੜੀ ਚੀਜ਼ ਭਾਉਂਦੀ ਹੈ, ਕਿਹੜੀ ਚੀਜ਼ ਉਸ ਨੂੰ ਨਹੀਂ ਭਾਉਂਦੀ ਹੈ, ਕਿਹੜਾ ਰਸਤਾ ਉਸ ਵੱਲ ਜਾਂਦਾ ਹੈ, ਕਿਹੜਾ ਰਾਹ ਉਸ ਤੋਂ ਦੂਰ ਲੈ ਜਾਂਦਾ ਹੈ, ਕਿਹੜੀ ਉਹਦੀ ਭਾਸ਼ਾ ਹੈ, ਕਿਹੜੇ ਰਾਗ ਨੇ ਉਹਦੇ। ਇਹ ਸਭ ਜਪਜੀ ਸਾਹਿਬ ਵਿੱਚ ਮਹਾਰਾਜ ਇਸ ਬਾਰੇ ਗੱਲ ਕਰਨਗੇ, ਮਨ ਦੀ ਅਵਸਥਾ ਬਾਰੇ ਗੱਲ ਸਮਝਾਣਗੇ, ਸਾਨੂੰ ਇਹ ਸਮਝਾਣਗੇ ਕਿ ਕਿਹਨਾਂ ਵਿਧੀਆਂ ਨਾਲ ਮਨ ਨੂੰ ਸਾਧਨਾ ਹੈ। ਮਨ ਨੂੰ ਸਮਝਾਣਗੇ ਕਿ ਜੀਵਨ ਵਿੱਚ ਜਿੱਤ ਕਿੱਥੇ ਹੈ। ਮਨ ਨੂੰ ਸਮਝਾਣਗੇ, ਸਾਨੂੰ ਸਮਝਾਣਗੇ ਕਿ ਵੈਲਥ ਦੁਨੀਆ ਦੀ ਕਿੱਥੇ ਹੈ, ਅਸਲ ਵੈਲਥ ਕਿੱਥੇ ਹੈ, ਅਸਲ ਕਮਾਈ ਕੀ ਹੈ, ਜਿਹੜੀ ਮੇਰੇ ਨਾਲ ਚੱਲ ਸਕਦੀ ਹੈ, ਉਹ ਕੀ ਕਮਾਈ ਹੈ। ਇਹ ਸਭ ਜਪਜੀ ਸਾਹਿਬ ਵਿੱਚ ਮਹਾਰਾਜ ਗੱਲ ਕਰਦੇ ਹਨ। ਕਿਵੇਂ ਇਸ ਨੂੰ ਜਾਣਨਾ ਹੈ? ਇਹ ਸਾਹਿਬ ਨੇ ਸਾਨੂੰ ਆਦੇਸ਼ ਕੀਤਾ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੀ ਵਿਚਾਰ। ਆਓ ਉਸ ਜਪਜੀ ਸਾਹਿਬ ਦੀ ਵਿਚਾਰ ਵਿੱਚ ਉਤਰੀਏ, ਇਹਦੀ ਸੈਲੀਬ੍ਰੇਸ਼ਨ ਵਿੱਚ ਉਤਰੀਏ, ਇਹਦੇ ਨਾਦ ਵਿੱਚ ਉਤਰੀਏ, ਇਹਦੇ ਧਿਆਨ ਵਿੱਚ ਉਤਰੀਏ, ਔਰ ਇਸ ਤੋਂ ਪ੍ਰਾਪਤ ਹੋਣ ਦੇ ਗਿਆਨ ਵਿੱਚ ਜੀਵਨ ਨੂੰ ਢਾਲੀਏ। ਇਹ ਵਿਧੀ ਮਹਾਰਾਜ ਸਾਨੂੰ ਬਖਸ਼ਣਗੇ, ਅਸੀਂ ਸਾਂਝ ਪਾਈਏ ਤਾਂ। ਸਾਹਿਬ ਨੇ ਸਾਨੂੰ ਜੋ ਸਮਝਾਇਆ ਹੈ ਜਾਂ ਸਮਝਾਣਗੇ, ਉਸੇ ਮਾਰਗ ਨੂੰ ਅਸੀਂ ਕਿਸ ਤਰ੍ਹਾਂ ਮੰਨਣ ਕਰਨਾ ਹੈ, ਮੰਨਣ ਕਰਦੇ ਹੋਏ ਅਸੀਂ ਕਿਸ ਪਾਸੇ ਨੂੰ ਜਾ ਸਕਦੇ, ਕਿਹੜੇ ਲੋਕ ਪ੍ਰਵਾਨ ਨੇ ਉਹਦੀ ਦਰਗਾਹ ਵਿੱਚ,
ਕਿਹਨਾਂ ਲੋਕਾਂ ਨੂੰ ਮਾਣ ਬਖਸ਼ਿਆ ਜਾਂਦਾ ਹੈ, ਕਿਵੇਂ ਵਿਕਾਸ ਮਿਲਦਾ ਹੈ ਜੀਵਨ ਦਾ, ਕਿਵੇਂ ਮਨ ਆਨੰਦ ਦੇ ਖੇੜੇ ਵਿੱਚ ਸਦਾ ਲਈ ਰਹਿ ਸਕਦਾ ਹੈ, ਕਿਵੇਂ ਕਾਲ ਨੂੰ ਫਤਿਹ ਕੀਤਾ ਜਾ ਸਕਦਾ ਹੈ। ਇਹ ਸਭ ਭੇਦ ਜਪਜੀ ਸਾਹਿਬ ਵਿੱਚ ਖੁੱਲਦੇ ਹਨ। ਮਹਾਰਾਜ ਦੀ ਇਸ ਬਾਣੀ ਵਿੱਚ ਉਤਰੀਏ, ਆਓ ਸਾਂਝ ਪਾਈਏ। ਜਪਜੀ ਸਾਹਿਬ ਦੇ ਆਰੰਭ ਵਿੱਚ ਮੂਲ ਮੰਤਰ ਦੇ ਦਰਸ਼ਨ ਹਨ। ਮੂਲ ਮੰਤਰ ਦਾ ਆਰੰਭ ਇੱਕ ਓਂਕਾਰ ਦੇ ਦਰਸ਼ਨ ਤੋਂ ਆਰੰਭ ਹੁੰਦਾ ਹੈ। ਮੂਲ ਮੰਤਰ ਦੀ ਗਿਆਨ, ਮੂਲ ਮੰਤਰ ਦੀ ਵਿਆਖਿਆ, ਮੂਲ ਮੰਤਰ ਨੂੰ ਜਾਣਨ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਾ 1430 ਪੰਨੇ ਵਿੱਚ ਇਹੀ ਗੱਲ ਚੱਲਦੀ ਹੈ। ਇੱਕ ਓਂਕਾਰ ਦੇ ਦਰਸ਼ਨ ਵਿੱਚ ਸਾਹਿਬ ਨੇ ਸਾਨੂੰ ਇੱਕ ਬੜੇ ਸੱਚੇ ਔਰ ਸਿੱਧੇ ਤਰੀਕੇ ਨਾਲ ਇੱਕ ਦਾ ਨਾਲ ਸਾਡਾ ਵਾਹ ਪਕੜਾਇਆ ਹੈ, ਇੱਕ ਦੇ ਨਾਲ ਸਾਨੂੰ ਜੋੜਿਆ ਹੈ। ਬੜੀ ਕਲੀਅਰ ਡਾਇਰੈਕਸ਼ਨ ਹੈ ਕਿ ਦੂਜਾ ਕੋਈ ਨਹੀਂ ਹੈ, ਇੱਕ ਹੀ ਹੈ, ਇੱਕ ਹੀ ਵਰਤਦਾ ਹੈ, ਇੱਕ ਨੂੰ ਹੀ ਜਾਣਨਾ ਹੈ ਔਰ ਇੱਕ ਦੇ ਕਰਕੇ ਸਾਰਾ ਕੁਝ ਹੈ। ਮੇਰਾ ਵੀ ਵਾਹ ਉਸ ਇੱਕ ਨਾਲ ਹੀ ਹੈ। ਅਗਰ ਇੱਕ ਸ਼ਬਦ ਨੂੰ ਅਸੀਂ ਐਜ਼ ਅ ਨਿਊਮਰਿਕ ਦੇਖੀਏ ਤਾਂ ਮੈਥਮੈਟਿਕਸ ਵਿੱਚ ਵੀ ਇੱਕ ਇੱਕ ਯੂਨੀਕ ਨੰਬਰ ਹੈ, ਉਸ ਵਰਗਾ ਕੋਈ ਹੋਰ ਨੰਬਰ ਨਹੀਂ ਹੈ, ਆਪਣੇ ਆਪ ਵਿੱਚ ਪੂਰਨ ਹੈ। ਜਿਵੇਂ ਨਿਰੰਕਾਰ ਆਪਣੇ ਆਪ ਵਿੱਚ ਪੂਰਨ ਹੈ, ਉਸ ਕਰਕੇ ਸਭ ਕੁਝ ਹੈ, ਇੱਕ ਕਰਕੇ ਸਾਰੇ ਨੰਬਰ ਨੇ, ਇੱਕ ਕਰਕੇ ਸਭ ਕੁਝ ਹੈ, ਇੱਕ ਦੇ ਕਰਕੇ ਹੀ ਸਾਰੀ ਗਣਿਤ ਬਣੀ ਹੈ। ਇਸ ਇੱਕ ਦੇ ਹੋਣ ਕਰਕੇ ਸਾਨੂੰ ਦੁਐਤ ਵੀ ਨਹੀਂ ਦਿਖਦਾ ਹੈ, ਦੋ ਨਹੀਂ ਹਨ, ਇੱਕ ਹੀ ਹੈ। ਦੋਮ ਨਾ ਸੇਮ, ਦੂਜਾ ਨਹੀਂ, ਤੀਜਾ ਨਹੀਂ, ਇੱਕ ਸੋ ਪਾਈ। ਭਗਤ ਰਵਿਦਾਸ ਦਾ ਸ਼ਬਦ ਹੈ ਬੇਗਮਪੁਰਾ ਵਿੱਚ ਸ਼ਹਿਰ ਕੋ ਨਾਉ, ਉਹਦੇ ਵਿੱਚ ਕਹਿੰਦੇ ਨੇ ਦੋਮ ਨਾ ਸੇਮ ਇੱਕ ਸੋ ਆਈ। ਇਹ ਸਾਰੀ ਸ੍ਰਿਸ਼ਟੀ ਇੱਕ ਨਾਲ ਵਾਪ ਰੱਖਦੀ ਹੈ। ਇਸ ਇੱਕ ਦੇ ਪ੍ਰੋਨੰਸੀਏਸ਼ਨ ਨਾਲ ਸਾਹਿਬ ਨੇ ਸਾਰੀ ਦੁਨੀਆ ਦੀ ਦੀਵਾਰਾਂ ਤੋੜ ਦਿੱਤੀਆਂ ਹਨ, ਸਭ ਰੰਗ ਰੂਪ ਖਤਮ ਕਰ ਦਿੱਤੇ ਹਨ, ਭੇਦ ਮੁਕਾ ਦਿੱਤੇ ਹਨ, ਜਾਤਵਾਦ ਜਾਤੀ ਪ੍ਰਥਾ ਮੁਕਾ ਦਿੱਤੀ ਹੈ, ਜੈਂਡਰ ਇਕੁਐਲਿਟੀ ਕ੍ਰੀਏਟ ਕਰ ਦਿੱਤੀ ਹੈ, ਇੱਕ ਸਾਂਝ ਬਣਾ ਦਿੱਤੀ ਹੈ, ਜਿਸ ਨੂੰ ਸਾਹਿਬ ਜਪਜੀ ਵਿੱਚ ਸਾਨੂੰ ਅੱਗੇ ਜਾ ਕੇ ਦੱਸਣਗੇ ਕਿ ਸਗਲ ਜਮਾਤੀ, ਮੇਰੀ ਤਾਂ ਪੂਰੀ ਸ੍ਰਿਸ਼ਟੀ ਮੇਰੀ ਜਮਾਤ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਇਸ ਆਈ ਪੰਥੀ ਦੇ ਵਿੱਚ ਜਦੋਂ ਮਹਾਰਾਜ ਆਈ ਪੰਥੀਆਂ ਨਾਲ ਗੱਲ ਕਰ ਰਹੇ ਹਨ ਤਾਂ ਉਹਨਾਂ ਨੂੰ ਦੱਸ ਰਹੇ ਹਨ ਕਿ ਸਾਰੀ ਜਮਾਤ ਹੈ ਮੇਰੀ, ਇੱਥੇ ਕੋਈ ਇੱਕ ਔਰ ਦੂਜੇ 'ਚ ਭੇਦ ਨਹੀਂ ਹੈ। ਇਹ ਸਿੱਖ ਦੀ ਸਿਧਾਂਤਕ ਤੌਰ ਤੇ ਸਿੱਖੀ ਦਾ ਇਹ ਮੁੱਢਲਾ ਸਿਧਾਂਤ ਹੈ। ਅਸੀਂ ਕਿਸੇ ਨੂੰ ਉਹਦੇ ਰੰਗ ਰੂਪ, ਔਰਤ ਮਰਦ, ਭਾਸ਼ਾ, ਉਹਦਾ ਧਰਮ ਜਾਂ ਹੋਰ ਕਿਸੇ ਭੇਦ ਕਾਰਨ ਵੱਖਰਾ ਨਹੀਂ ਦੇਖਦੇ ਹਾਂ। ਗੁਰੂ ਸਾਹਿਬ ਨੇ ਨਹੀਂ ਦੇਖਿਆ ਹੈ। ਇੱਕ ਇਕਮੁਕਤਾ ਹੈ ਮਹਾਰਾਜ ਨੇ, ਚਾਹੇ ਉਹ ਪੁਰੀ ਦੇ ਵਿੱਚ ਉੜੀਸਾ 'ਚ ਗਏ ਹਨ, ਚਾਹੇ ਉਹ ਸੁਮੇਰ ਪਰਬਤ ਵਿੱਚ ਗਏ ਹਨ, ਚਾਹੇ ਉਹ ਬਗਦਾਦ ਜਾ ਕੇ ਉਪਦੇਸ਼ ਦੇ ਰਹੇ ਹਨ, ਉਹ ਮਨਾਂ ਨੂੰ ਜਗਾ ਰਹੇ ਹਨ। ਜਿਸ ਮਰਜ਼ੀ ਬੋਲੀ ਦੇ ਹੋਣ, ਜਿਸ ਮਰਜ਼ੀ ਭਾਸ਼ਾ ਦੇ ਹੋਣ, ਜਿਸ ਮਰਜ਼ੀ ਜਾਤ ਦੇ ਹੋਣ, ਜਿਸ ਮਰਜ਼ੀ ਧਰਮ ਦੇ ਹੋਣ, ਸਭ ਨਾਲ ਮਹਾਰਾਜ ਇੱਕ ਸਾਂਝ ਪਾਉਣ ਦਾ ਯਤਨ ਕਰ ਰਹੇ ਹਨ, ਮਨਾਂ ਨੂੰ ਪ੍ਰੇਮ ਨਾਲ ਜਗਾਉਣ ਦਾ ਯਤਨ ਕਰ ਰਹੇ ਹਨ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਦ ਹੋਆ ਜਹਾਨਾ। ਹੁਣ ਇੱਕ ਬਾਂਗ ਨਾਲ ਮਹਾਰਾਜ ਨੇ ਲੈਂਗੁਏਜ ਵੀ ਟ੍ਰਾਂਸੈਂਡ ਕਰ ਦਿੱਤੀ, ਸਭ ਨੂੰ ਸੁਣ ਕਰ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਦਾ ਤਰੀਕਾ ਹੈ, ਜ਼ਰੀਆ ਹੈ। ਇੱਕ ਨੇੜਤਾ ਹੈ, ਉਸ ਨੇੜਤਾ ਵਿੱਚ ਪ੍ਰੇਮ ਹੈ, ਉਸ ਨੇੜਤਾ ਵਿੱਚ ਪਰਉਪਕਾਰ ਹੈ, ਉਸ ਨੇੜਤਾ ਵਿੱਚ
ਇੱਕ ਰੈਵੋਲੇਸ਼ਨ ਹੈ ਜਿਹਦੇ ਵਿੱਚ ਸੌਂਗ ਔਰ ਨਾਦ ਨਾਲ ਨਾਲ ਚੱਲਦਾ ਹੈ, ਗਿਆਨ ਔਰ ਸੈਲੀਬ੍ਰੇਸ਼ਨ ਨਾਲ ਨਾਲ ਚੱਲਦੀ ਹੈ। ਇੱਕ ਉਡਾਰੀ, ਇੱਕ ਫਲਾਈਟ ਹੈ ਆਨੰਦ ਦੀ, ਜਿਹੜੀ ਮਹਾਰਾਜ ਜਪਜੀ ਵਿੱਚ ਰਿਵੀਲ ਕਰਦੇ ਹਨ ਸਾਨੂੰ। ਇਸ ਇੱਕ ਓਮਕਾਰ ਦੇ ਦਰਸ਼ਨ ਵਿੱਚ, ਇੱਕ ਦੇ ਵਿੱਚ ਜਦੋਂ ਇੱਕ ਦੇ ਵਿੱਚ ਪੈਰ ਰੱਖਦੇ ਹਾਂ, ਇੱਕ ਦੇ ਗਿਆਨ ਵਿੱਚ ਅਸੀਂ ਉਤਰਦੇ ਹਾਂ, ਤਾਂ ਅਸੀਂ ਸਾਰੀ ਸ੍ਰਿਸ਼ਟੀ ਦੇ ਭੇਦ ਮਿਟਾ ਦਿੰਦੇ ਹਾਂ। ਅਸੀਂ ਉਸ ਇੱਕ ਮਿਕਤਾ ਵਿੱਚ ਉਤਰ ਜਾਂਦੇ ਹਾਂ ਜਿਹਦੇ ਵਿੱਚ ਮੇਰਾ ਵੀ ਹੋਂਦ ਮਿਟ ਜਾਂਦੀ ਹੈ। ਮੈਂ ਨਹੀਂ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਇੱਕ ਇਹੋ ਜਿਹੇ ਦਰਸ਼ਨ ਦੇ ਸਾਹਮਣੇ ਮੈਂ ਆ ਜਾਂਦਾ ਹਾਂ ਜਿੱਥੇ ਵਿਸਮਾਦ ਹੀ ਵਿਸਮਾਦ ਹੈ, ਜਿੱਥੇ ਉਹ ਫਲਾਈਟ ਹੈ ਜਿੱਥੇ ਮੈਂ ਨਹੀਂ ਹਾਂ, ਜਿੱਥੇ ਉਹ ਮਨ ਹੈ ਜਿਹੜਾ ਸਦਾ ਲਈ ਹੈ, ਜਿੱਥੇ ਉਹ ਮਨ ਹੈ ਜਿੱਥੇ ਭਗਤ ਬਣ ਜਾਂਦਾ ਹੈ ਇਨਸਾਨ, ਜਿੱਥੇ ਉਹ ਮਨ ਹੈ ਜਿੱਥੇ ਵਿਕਾਸ ਹੈ। ਗੁਰੂ ਨਾਨਕ ਸਾਹਿਬ ਸਾਨੂੰ ਸਾਡੇ ਦੁੱਖਾਂ ਤੋਂ ਕੱਢ ਕੇ ਸਾਨੂੰ ਵਿਕਾਸ ਵੱਲ ਲਿਜਾਂਦੇ ਹਨ, ਸਾਨੂੰ ਪ੍ਰੇਰਦੇ ਹਨ ਉਹ ਜਾਣਨ ਲਈ ਜਿਸ ਨਾਲ ਸਦਾ ਲਈ ਅਸੀਂ ਹੋ ਪਾਵਾਂਗੇ, ਜਿੱਥੇ ਕਾਲ ਨੂੰ ਫਤਿਹ ਵੀ ਕਰ ਪਾਵਾਂਗੇ। ਸਾਹਿਬ ਸਾਨੂੰ ਜਿਵੇਂ ਨਦੀ ਦੇ ਉਸ ਪਾਰ ਖੜੇ ਹੋ ਕੇ ਸਾਨੂੰ ਉਪਦੇਸ਼ ਦੇ ਰਹੇ ਹਨ, ਗਿਆਨ ਦੇ ਰਹੇ ਹਨ, ਸਾਡੇ ਪਰਉਪਕਾਰ ਲਈ, ਸਾਨੂੰ ਗਿਆਨ ਸਮਝਾਉਣ ਲਈ, ਇੱਕ ਸਿੱਖ ਨੂੰ ਸਿੱਖੀ ਦੇ ਮਾਰਗ ਵਿੱਚ ਕਿਧਰੇ ਪਹੁੰਚਣ ਲਈ। ਨਹੀਂ ਤਾਂ ਹਨੇਰੇ ਵਿੱਚ ਮੇਰਾ ਮਨ ਹੈ, ਹਨੇਰੇ ਵਿੱਚ ਮੈਂ ਹਾਂ, ਹਨੇਰੇ ਵਿੱਚ ਮੇਰਾ ਜੀਵਨ ਹੈ। ਸ਼ਬਦ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਆਪਣੇ ਪਰਉਪਕਾਰ ਤੋਂ ਲਿਆ ਰਹੇ ਹਨ। ਇਹ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਇੱਕ ਓਮਕਾਰ ਨਾਲ ਮੇਰੀ ਸਾਂਝ ਕਿਵੇਂ ਪਏਗੀ। ਮੇਰਾ ਜੀਵਨ ਇੱਕ ਟ੍ਰੈਜੇਡੀ ਬਣ ਜਾਏਗਾ ਕਿ ਇਹ ਆਨੰਦ ਬਣੇਗਾ। ਇਹ ਡਿਪੈਂਡ ਕਰਦਾ ਮੇਰੀ ਚੋਇਸ ਤੇ। ਸਾਂਝ ਤਾਂ ਇੱਕ ਓਮਕਾਰ ਨਾਲ ਪਾਣੀ ਹੈ। ਮੈਂ ਕਿਵੇਂ ਪਾਵਾਂਗਾ ਜਾਂ ਪਾ ਸਕਾਂਗਾ ਕਿ ਨਹੀਂ ਪਾ ਸਕਾਂਗਾ, ਇਹ ਮੇਰੀ ਜੀਵਨ ਦੇ ਅਪਰੋਚ ਤੇ ਡਿਪੈਂਡ ਕਰਦਾ ਹੈ। ਮੈਂ ਜੀਵਨ ਨੂੰ ਕਿਵੇਂ ਜਾਣਿਆ, ਔਰ ਮੈਂ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਨੇ, ਗੁਰੂ ਮਹਾਰਾਜ ਦੇ ਜਿਹੜੇ ਡਾਇਰੈਕਸ਼ਨਸ ਨੇ, ਉਹਨਾਂ ਨੂੰ ਅਪਣਾ ਸਕਦਾ ਹਾਂ ਕਿ ਨਹੀਂ, ਜਾਂ ਅਪਣਾਉਣਾ ਚਾਹੁੰਦਾ ਵੀ ਹਾਂ ਕਿ ਨਹੀਂ। ਕਿਉਂਕਿ ਇੱਕ ਮਾਰਗ ਤਾਂ ਟ੍ਰੈਜੇਡੀ ਵੱਲ ਜਾਏਗਾ, ਦੂਸਰਾ ਆਨੰਦ ਵੱਲ ਜਾਏਗਾ। 38ਵੀਂ ਪੌੜੀ ਚ ਮਹਾਰਾਜ ਸੱਚਖੰਡ ਦੇ ਵਿੱਚ ਪਹੁੰਚਣ ਤੋਂ ਬਾਅਦ ਇੱਕ ਮਿੰਟ ਦੀ ਗੱਲ ਕਰਦੇ ਆ ਜਪਜੀ ਸਾਹਿਬ ਵਿੱਚ, ਇੱਕ ਸੁਨਿਆਰ ਦੀ ਗੱਲ ਕਰਦੇ ਆ ਜਿਹੜਾ ਸੋਨਾ ਕਰਦਾ ਹੋਏ। ਗੁਰੂ ਸਾਹਿਬ ਨੇ ਉਹਨਾਂ ਨੂੰ ਜਾਣਿਆ ਮੁਲਵਾਨ ਇਸ ਦੁਨੀਆ ਵਿੱਚ ਜਿਹੜੇ ਉਸ ਨੂੰ ਧਿਆਉਂਦੇ ਹਨ, ਜਿਹੜੇ ਭੁੱਖ ਰੱਖਦੇ ਹਨ ਉਸ ਸੱਤ ਦੀ। ਔਰ ਮਹਾਰਾਜ ਨੇ ਵੈਲਥ ਕਿਸ ਨੂੰ ਗਣਿਆ ਹੈ, ਇਹ ਜਪਜੀ ਸਾਹਿਬ ਦੀ 38 ਪੌੜੀ ਵਿੱਚ ਸਾਨੂੰ ਦੱਸਦੇ ਹਨ ਕਿ ਸੋਨਾ ਕਿਹੜਾ ਘੜਨਾ ਹੈ, ਕਿਸ ਚੀਜ਼ ਨੂੰ ਘੜਨਾ ਹੈ ਕਿ ਟਕਸਾਲ ਬਣ ਜਾਏ ਮੇਰਾ ਮਨ, ਇੱਕ ਵੈਲਥ ਦਾ ਸੂਮਾ ਬਣ ਜਾਏ, ਇੱਕ ਵੈਲਥ ਦਾ ਓਸ਼ਨ ਬਣ ਜਾਏ। ਗੁਰੂ ਨਾਨਕ ਸਾਹਿਬ ਇੱਕ ਭਿਖਾਰੀਆਂ ਨੂੰ, ਮੇਰੇ ਵਰਗੇ ਭਿਖਾਰੀ ਨੂੰ ਇੱਕ ਰਸਤਾ ਦੱਸਣਾ ਚਾਹੁੰਦੇ ਹਨ। ਸਿੱਖੀ ਵਿੱਚ ਇੱਕ ਇਹੋ ਜਿਹੀ ਅਮੀਰੀ ਦਾ ਜਿਹੜਾ ਸਦਾ ਸਾਡੇ ਨਾਲ ਰਹਿ ਸਕਦੀ ਹੈ, ਇੱਕ ਓਂਕਾਰ। ਓਂਕਾਰ ਵਿੱਚ ਸਾਕਾਰ ਨਿਰਾਕਾਰ ਦੋਨੋਂ ਦੇ ਦਰਸ਼ਨ ਹਨ। ਅਨਸੀਨ ਫਾਰਮਲੈਸ ਗੋਡ, ਔਰ ਜਿਹੜਾ ਫਾਰਮ ਸਾਨੂੰ ਦਿਖਦਾ ਹੈ ਸਾਕਾਰ ਰੂਪ ਵਿੱਚ। ਔਰ ਕਾਰ ਜਿਹੜੀ ਓਂਕਾਰ ਦੀ ਹੈ ਉਹ ਇੱਕ ਕੰਟੀਨਿਊਮ ਦੀ ਗੱਲ ਕਰਦੀ ਹੈ, ਇੱਕ ਕੌਨਸਟੈਂਟ ਪ੍ਰੈਜ਼ੈਂਸ ਦੀ ਗੱਲ ਕਰਦੀ ਹੈ, ਇੱਕ ਹਰ ਜਗ੍ਹਾ ਦੀ ਹਜ਼ੂਰੀ ਦੀ ਗੱਲ ਕਰਦੀ ਹੈ, ਜਿਹੜੀ ਮੇਰੇ ਤੋਂ ਟੁੱਟੀ ਹੈ। ਕੀ ਕਾਰਨ ਹੈ ਟੁੱਟੀ ਹੈ, ਕਿਵੇਂ ਉਸ ਨੂੰ ਮੈਂ ਜੋੜ ਸਕਦਾ ਹਾਂ,
ਕਿਵੇਂ ਮੈਂ ਉਸ ਨੂੰ ਜਾਣ ਸਕਦਾ ਹਾਂ। ਇੱਕ ਓਮਕਾਰ ਨੂੰ ਜਾਣਨਾ, ਇੱਕ ਓਮਕਾਰ ਦੇ ਨਾਲ ਵਾਹ ਪਾਣਾ, ਇੱਕ ਓਮਕਾਰ ਦੇ ਐਕਸਪੀਰੀਅੰਸ ਵਿੱਚ ਉਤਰਨਾ ਮੈਨੂੰ ਦੱਸੇਗਾ ਕਿ ਮੇਰਾ ਜੀਵਨ ਕੀ ਹੈ, ਮੈਨੂੰ ਦੱਸੇਗਾ ਮੇਰਾ ਫਿਊਚਰ ਕੀ ਹੈ। ਐਕਸਪੀਰੀਅੰਸ ਤਾਂ ਸਾਡਾ ਸਾਰਿਆਂ ਦਾ ਇੱਕ ਓਮਕਾਰ ਨਾਲ ਹੀ ਹੋ ਰਿਹਾ ਹੈ, ਭਾਵੇਂ ਅਸੀਂ ਉਸ ਨੂੰ ਅਸਥੂਲ ਗ੍ਰੋਸ ਜਾਣੀਏ ਜਾਂ ਸੂਖਮ ਜਾਣੀਏ। ਸਾਡਾ ਸਾਰਾ ਮਨ ਦਾ ਐਸੋਸੀਏਸ਼ਨ ਉਸ એનર્ਜੀ ਨਾਲ ਹੀ ਹੈ ਜਿਸ ਨੂੰ ਅਸੀਂ ਗੋਡ ਕਹਿੰਦੇ ਹਾਂ। ਸਾਹਿਬ ਨੇ ਸਾਨੂੰ ਆਦੇਸ਼ ਕੀਤਾ ਹੈ ਕਿ ਉਹ ਇੱਕ ਓਮਕਾਰ ਹਰ ਜਗ੍ਹਾ ਹਾਜ਼ਰ ਹੈ। ਉਸ ਨੇ ਨਾਮ ਬਣਾਇਆ ਹੈ, ਆਪੀ ਨੇ ਆਪ ਨਾਮ, ਆਪੀ ਨੇ ਆਪ ਸਾਜੀਏ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ, ਦੂਜੀ ਕੁਦਰਤ ਸਾਜੀ ਹੈ। ਫਿਰ ਚਾਉ ਨਾਲ ਉੱਥੇ ਬੈਠਾ ਹੈ, ਚਾਉ ਵਿੱਚ ਬੈਠਾ ਹੈ, ਇੱਕ ਆਨੰਦ ਵਿੱਚ ਬੈਠਾ ਹੈ। ਕ੍ਰੀਏਸ਼ਨ ਤੋਂ ਡਿਟੈਚਡ ਹੈ ਪਰ ਉਹਦੇ ਵਿੱਚ ਹੈ। ਦੋਨੋਂ ਗੱਲਾਂ ਨੇ, ਇੰਟਰਵੀਨ ਨਹੀਂ ਕਰਦਾ। ਤਾਂ ਇੱਕ ਓਮਕਾਰ ਦੀ ਇਸ ਐਕਸਪੀਰੀਅੰਸ ਨੂੰ ਅਸੀਂ ਜਾਣਨਾ ਹੈ, ਉਸ ਨਾਲ ਹੀ ਸਾਡਾ ਜੀਵਨ ਖੁੱਲੇਗਾ। ਮੇਰੀ ਇਹ ਜੀਵਨ ਵਿੱਚ ਕਿਹੜੀ ਰੈਵਲੇਸ਼ਨ ਹੈ ਜਿਸ ਨਾਲ ਮੈਂ ਇੱਕ ਓਮਕਾਰ ਨੂੰ ਜਾਣ ਸਕਦਾ, ਜੀ ਸਕਦਾ, ਐਕਸਪੀਰੀਅੰਸ ਕਰ ਸਕਦਾ। ਕੋਈ ਵਿਧੀ ਹੈ, ਕੋਈ ਰਸਤਾ ਹੈ। ਇਸ ਜਾਣਨ ਦੇ ਯਤਨ ਵਿੱਚ ਅਸੀਂ ਉਤਰਾਂਗੇ ਜਪਜੀ ਸਾਹਿਬ ਮਹਾਰਾਜ ਦੇ ਦਰਸ਼ਨ ਵਿੱਚ। ਮੂਲ ਮੰਤਰ ਦੇ ਇਹਨਾਂ ਵਿਆਖਿਆਵਾਂ ਤੋਂ ਦੇਖ ਕੇ ਫਿਰ ਸਾਹਿਬ ਦੇ ਨਾਲ ਇੱਕ ਇੱਕ ਪੌੜੀ ਕਰਕੇ ਚੜ੍ਹਦੇ ਜਾਵਾਂਗੇ। ਸਾਹਿਬ ਦਾ ਜੋ ਹੈ ਇੱਕ ਓਮਕਾਰ ਦਾ ਉਪਦੇਸ਼ ਹੈ, ਮੈਨੂੰ ਲੱਗਦਾ ਹੈ ਆਉਣ ਵਾਲੀ ਦੁਨੀਆ ਦਾ ਸੰਕੇਤ ਹੈ। ਏਕਾ ਬਾਣੀ, ਏਕ ਗੁਰ, ਏਕੋ ਸ਼ਬਦ ਵਿਚਾਰ। ਜਿੱਥੇ ਸਾਰੀ ਦੁਨੀਆ ਮੰਨ ਜਾਏਗੀ ਕਿ ਪਿਤਾ ਸਾਡਾ ਇੱਕੋ ਹੀ ਹੈ, ਕ੍ਰੀਏਟਰ ਇੱਕੋ ਹੀ ਹੈ ਦੁਨੀਆ ਦਾ, ਔਰ ਆਪਸੀ ਵੈਰ ਵਿਰੋਧ ਦੀਵਾਰਾਂ ਇਹਨਾਂ ਦੇ ਕਾਰਨ ਕਰਕੇ ਅਸੀਂ ਆਪਣੇ ਜੀਵਨ ਨੂੰ, ਸੋਸਾਇਟੀ ਨੂੰ, ਮਨ ਨੂੰ ਡਿਵਾਈਡਡ ਕਰਕੇ ਨਰਕ ਬਣਾਇਆ ਹੋਇਆ ਹੈ, ਦੋਜਕ ਬਣਾ ਦਿੱਤਾ। ਮੇਰਾ ਮਨ ਡਿਵਾਈਡਡ ਹੈ, ਮੇਰੀ ਸੋਸਾਇਟੀ ਡਿਵਾਈਡਡ ਹੈ, ਮੇਰਾ ਪਰਿਵਾਰ ਕੌਨਫਲਿਕਟ ਵਿੱਚ ਹੈ, ਦੁਨੀਆ ਕੌਨਫਲਿਕਟ ਵਿੱਚ ਹੈ। ਜਦ ਮੇਰਾ ਮਨ ਹੀ ਇਕਾਗਰ ਨਹੀਂ ਹੈ ਤਾਂ ਬਾਕੀ ਸਭ ਇਕਾਗਰ ਹੋਣ ਦਾ, ਹਾਰਮਨੀ ਵਿੱਚ ਹੋਣ ਦਾ ਰਸਤਾ ਨਹੀਂ ਲੱਭਦਾ ਹੈ। ਸਾਹਿਬ ਦੇ ਇੱਕ ਓਮਕਾਰ ਦੇ ਇਸ ਉਪਦੇਸ਼ ਵਿੱਚ ਇਹੀ ਦਰਸ਼ਨ ਨੇ। ਇਸ ਨੂੰ ਦੇਖੀਏ। ਐਸੇ ਓਮਕਾਰ ਦੀ ਕਮਾਈ, ਐਸੇ ਓਮਕਾਰ ਨੂੰ ਜਾਣ ਲੈਣਾ, ਇਸ ਇੱਕ ਓਮਕਾਰ ਨਾਲ ਮੇਰਾ ਕੀ ਰਿਸ਼ਤਾ ਹੈ, ਇਸ ਇੱਕ ਓਮਕਾਰ ਨਾਲ ਮੇਰਾ ਵਾਹ ਕਿਵੇਂ ਪੈ ਸਕਦਾ ਹੈ, ਮੈਂ ਇਹਦਾ ਰੂਪ ਕਿਵੇਂ ਹੋ ਸਕਦਾ ਹਾਂ, ਮੈਂ ਖਤਮ ਕਿਵੇਂ ਹੋ ਸਕਦਾ ਹਾਂ ਤਾਂ ਕਿ ਨਿਰਾਕਾਰ ਇੱਕ ਓਮਕਾਰ ਹੀ ਰਹੇ। ਇਹ ਸਾਰੇ ਭੇਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੋਲਦੇ ਹੈ। ਇਹ ਸਮਝਣ ਦੀ ਅਗਰ ਅਸੀਂ ਵਿਚਾਰੀਏ ਤਾਂ ਅਗਰ ਜੀਵਨ ਨੂੰ ਸਮਝਣਾ ਹੈ, ਜਾਣਨਾ ਹੈ, ਜੀਵਨ ਨੂੰ ਜਿੱਤਣਾ ਹੈ, ਇੱਥੇ ਇੱਕ ਨਵਾਂ ਸ਼ਬਦ ਆਉਂਦਾ ਹੈ, ਜਿੱਤ ਲੈਣਾ ਹੈ। ਕਿਉਂਕਿ ਇਸ ਭਾਵ ਨਾਲ ਇਹਨੂੰ ਸਮਝੀਏ ਕਿ ਅਗਰ ਜੀਵਨ ਨੂੰ ਅਸੀਂ ਜਾਣਿਆ ਨਹੀਂ ਔਰ ਜੀਵਨ ਨੂੰ ਜੀ ਕੇ ਚਲੇ ਗਏ ਤਾਂ ਜੀਵਨ ਤੋਂ ਹਾਰ ਗਏ। ਕਿਵੇਂ ਮਤਲਬ, ਕੋਈ ਜਨ ਚੈਸ ਦੀ ਗੇਮ ਖੇਡਦਾ ਹੈ ਤਾਂ ਇੱਕ ਜਣਾ ਉਹਦੇ ਚ ਨਿਪੁੰਨ ਹੈ, ਉਹਨੂੰ ਅੱਛੀ ਤਰ੍ਹਾਂ ਜਾਣਦਾ ਹੈ, ਦੂਜਾ ਉਹਦੇ ਚ ਨਿਪੁੰਨ ਨਹੀਂ ਹੈ, ਉਹਦੇ ਕਾਨੂੰਨ ਨਹੀਂ ਜਾਣਦਾ, ਉਹਦੇ ਭੇਦ ਨਹੀਂ ਜਾਣਦਾ, ਉਹਦੀ ਮੂਵਮੈਂਟਸ ਨਹੀਂ ਜਾਣਦਾ, ਤਾਂ ਉਹ ਜਿਹੜਾ ਜਾਣਦਾ ਹੈ ਦੂਸਰੇ ਨੂੰ ਕਹੇਗਾ ਤੁਸੀਂ ਤਾਂ ਹਾਲੇ ਜਾਣੋ ਪਹਿਲੇ ਕਿ ਗੇਮ ਹੈ ਕੀ, ਤਾਂ ਇਹਨੂੰ ਖੇਡ ਸਕਦੇ ਹੋ। ਤਾਂ ਜੇ ਬਿਨਾਂ ਜਾਣੇ ਖੇਡ ਲਈ ਤਾਂ ਖੇਡੀ ਨਾ ਖੇਡੀ ਬਰਾਬਰ ਹੋ ਗਈ, ਕੋਈ ਫਾਇਦਾ ਨਹੀਂ ਹੈ। ਸਾਨੂੰ ਲੱਗੇਗਾ ਅਸੀਂ ਕੁਝ ਕਰ ਰਹੇ ਹਾਂ ਪਰ ਉਸ ਕਰਨ ਦੇ ਵਿੱਚ ਕੋਈ ਲਾਭ ਨਹੀਂ ਨਿਕਲੇਗਾ। ਤਾਂ ਇਹ ਓਮਕਾਰ ਸਾਡੇ ਆਲੇ ਦੁਆਲੇ ਅਗਰ ਇੱਕ ਗੇਮ ਦੀ ਤਰ੍ਹਾਂ ਹੈ ਤਾਂ ਇਸ ਗੇਮ ਨੂੰ ਸਾਨੂੰ ਜਾਣਨਾ, ਇਹਦੇ ਕਾਨੂੰਨ ਨੂੰ ਜਾਣਨਾ, ਇਹਦੇ ਹੁਕਮ ਨੂੰ ਬੁੱਝਣਾ। ਨਾਨਕ ਹੁਕਮੇ ਜੇ ਬੁਝੇ
ਕਿਉਂਕਿ ਇਹਨੂੰ ਵਿਚਾਰਾਂ ਨਾਲ ਨਹੀਂ ਜਾਣਿਆ ਜਾ ਸਕਦਾ, ਪਰ ਬੁੱਝਿਆ ਜਾ ਸਕਦਾ ਹੈ। ਦੋਨਾਂ 'ਚ ਬੜਾ ਭੇਦ ਹੈ। ਬੁੱਝਣ ਵਿੱਚ ਵਿਚਾਰ ਨਹੀਂ ਹਨ, ਹੰਕਾਰ ਤੋਂ ਹਉਮੈ ਤੋਂ ਪਰੇ ਹੈ, ਔਰ ਹੰਕਾਰ ਦੇ ਵਿੱਚ ਰਹਿ ਕੇ ਮੈਂ ਹੁਕਮ ਨੂੰ ਜਾਣ ਨਹੀਂ ਪਾਵਾਂਗਾ। ਤਾਂ ਇੱਕ ਓਮਕਾਰ ਦੇ ਦਰਸ਼ਨ ਲਈ, ਇੱਕ ਓਮਕਾਰ ਦੇ ਜਾਣਨ ਲਈ, ਉਹਦੇ ਵਿੱਚ ਜਿਹੜਾ ਵਸਿਆ ਜੀਵਨ ਹੈ, ਜਿਹਦੇ 'ਚ ਮੈਂ ਉਤਰਿਆ ਹਾਂ, ਉਸ ਨੂੰ ਕਮਾਉਣ ਲਈ ਸਾਹਿਬ ਸਾਨੂੰ ਆਦੇਸ਼ ਕਰਦੇ ਆ, ਸਾਨੂੰ ਜੀਵਨ ਮਿਲਿਆ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬੜਾ ਕਲੀਅਰਲੀ ਦੱਸਦੇ ਨੇ ਸਾਨੂੰ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਹਦਾ ਕੀ ਮਤਲਬ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹਦਾ ਮਤਲਬ ਰਾਤੀ ਮੈਂ ਰੋਟੀ ਨਾ ਬਣਾਵਾਂ, ਬੱਚਿਆਂ ਨਾ ਪਾਲਾਂ, ਕਾਰੋਬਾਰ ਦਾ ਧਿਆਨ ਨਾ ਕਰਾਂ। ਮਹਾਰਾਜ ਕਹਿ ਰਹੇ ਕਿ ਸਮੇਂ ਦੀ ਕਸੌਟੀ ਤੇ ਹੋਰ ਕੰਮ ਕਾਮ ਨਹੀਂ ਆਣਗੇ। ਸਮੇਂ ਦੀ ਕਸੌਟੀ, ਗੱਲ ਸਾਰੀ ਮੌਤ ਦੀ ਆਏਗੀ। ਜੀਵਨ ਨੂੰ ਬਿਨਾਂ ਮੌਤ ਦੇ ਨਹੀਂ ਜਾਣਿਆ ਜਾ ਸਕਦਾ, ਔਰ ਮੌਤ ਨੂੰ ਮੈਂ ਅਵੋਇਡ ਕਰਦਾ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਦੇਸ਼ ਵੀ ਕਰਦੇ ਹੈ ਕਿ ਇਸ ਇੱਕ ਓਮਕਾਰ ਨੂੰ ਕਿੱਥੇ ਮਿਲਣਾ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੇ ਸੰਗ ਸਮਾਈ। उपमत जो बास बसत है, मुकुर माए जैसे छाई, तैसे ही कट बसे निरंतर, कट ही खोजो पाई। तैसे ही हर बसे निरंतर, कट ही खोजो पाई। सूफी ਇਹਨੂੰ 11ਵੀਂ ਡਾਇਰੈਕਸ਼ਨ ਕਹਿੰਦੇ ਹੈ। ਮਹਾਰਾਜ ਕਹਿੰਦੇ ਇਹਨੂੰ ਬਾਹਰ ਨਾ ਲੱਭਣਾ, ਅੰਤਰ ਲੱਭੇਗਾ। ਕਿਉਂਕਿ ਬਾਹਰ ਇੰਦਰੀਆਂ ਨੇ, ਇਹ ਇੰਦਰੀਆਂ ਜੀਵਨ ਦੇ ਕਾਰਜਾਂ ਵਾਸਤੇ ਦਿੱਤੀਆਂ, ਅਧਿਆਤਮ ਦੇ ਕਾਰਜ ਲਈ ਅੱਖਾਂ ਹੋਰ ਨੇ, ਰੂਲ ਹੋਰ ਨੇ। ਮਹਾਰਾਜ ਸਮਝਾਉਂਦੇ ਨੇ, ਬਾਹਰ ਭੀਤਰ ਇੱਕੋ ਜਾਣੇ, ਇਹ ਗੁਰ ਗਿਆਨ ਬਤਾਈ। ਕਹਿੰਦੇ ਜਦੋਂ ਜਾਣ ਲਓਗੇ ਤਾਂ ਫਿਰ ਬਾਹਰ ਉਹੀ ਦਿਖੇਗਾ ਜੋ ਅੰਦਰ ਦਿਖਦਾ ਹੈ। ਫਿਰ ਭੇਦ ਮਿਟ ਜਾਏਗਾ, ਸ਼ੇਪ ਔਰ ਫਾਰਮ ਦਾ ਭੇਦ ਨਹੀਂ ਰਹੇਗਾ। ਦਿਖੇਗਾ ਤੇ ਇਸੇ ਤਰ੍ਹਾਂ ਹੀ, ਬਟ ਰਿਅਲਾਈਜ਼ੇਸ਼ਨ ਆ ਜਾਏਗੀ। ਕਿਵੇਂ ਆਏਗੀ? ਅੰਦਰੋਂ ਆਏਗੀ। ਜਨ ਨਾਨਕ ਬਿਨਾ ਭਾਚੀ ਨੇ, ਮਿਟੇ ਨਾ ਭ੍ਰਮ ਕੀ ਕਾਈ। ਬਿਨਾ ਆਪਣੇ ਅੰਦਰ ਨੂੰ ਜਾਣੇ, ਬਿਨਾ ਆਪਣੇ ਅੰਤਰ ਦੇ ਗਿਆਨ ਨੂੰ ਜਾਣੇ, ਇਹ ਭ੍ਰਮ ਜਿਹੜਾ ਦੁਨੀਆ ਦਾ ਹੈ ਨਹੀਂ ਮਿਟੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ, ਗੁਰੂ ਨਾਨਕ ਸਾਹਿਬ ਦੇ ਦਾ ਆਗਮਨ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੋਣਾ, 10 ਗੁਰੂਆਂ ਦਾ ਆਣਾ, ਸਿੱਖਾਂ ਦਾ ਨਾਲ ਆਣਾ, ਸਾਰੀ ਖੇਡ ਭ੍ਰਮ ਦੇ ਮਿਟਾਉਣ ਦੀ ਹੈ। ਮੇਰੇ ਜੀਵਨ ਦਾ ਭ੍ਰਮ ਮਿਟ ਜਾਏ, ਮੇਰੇ ਜੀਵਨ ਵਿੱਚ ਉਹ ਸਥਾਨ ਮੈਨੂੰ ਮਿਲੇ ਜਿਹੜਾ ਸਦਾ ਲਈ ਹੈ। ਇਹ ਵਿਚਾਰਨ ਦੀ ਗੱਲ ਹੈ। ਮੈਨੂੰ ਦੇਖਣਾ ਚਾਹੀਦਾ ਆਲੇ ਦੁਆਲੇ, ਮੇਰਾ ਮੇਰੇ ਜੀਵਨ ਦਾ ਕਿਹੜਾ ਹਿੱਸਾ ਵਾਹ ਰੱਖਦਾ ਹੈ ਉਸ ਨਾਲ ਜਿਹੜਾ ਸਦਾ ਲਈ ਹੈ। ਕਿਹੜੀ ਚੀਜ਼ ਮੈਂ ਜਾਣਦਾ ਹਾਂ ਆਪਣੇ ਜੀਵਨ ਵਿੱਚ, ਜਿਹੜੀ ਮੈਂ ਕਹਿੰਦਾ ਹਾਂ ਇਹ ਪਰਮਾਨੈਂਟ ਹੈ, ਇਹ ਮੈਂ ਜਾਣਦਾ ਹਾਂ, ਜਿਹੜੇ ਸਮੇਂ ਨਾਲ ਖਤਮ ਨਹੀਂ ਹੋਏਗੀ। ਉਹ ਕਿਹੜੀ ਵਸਤੂ ਹੈ? ਉਹ ਕਿਹੜੀ ਰਿਲੇਸ਼ਨਸ਼ਿਪ ਹੈ? ਉਹ ਕਿਹੜਾ ਵਪਾਰ ਹੈ? ਉਹ ਕਿਹੜਾ ਸਟੇਟਸ ਹੈ? ਉਹ ਕਿਹੜਾ ਮੈਂ ਹੈ? ਮੈਂ ਜਿਹੜਾ ਜਾਣਦਾ ਹਾਂ, ਮੈਂ ਇਹ ਥਿਰ ਹੈ ਕਿ ਸਦਾ ਲਈ ਹੈ, ਕਿ ਇਹ ਇੰਪਰਮਾਨੈਂਟ ਹੈ? ਜਿਵੇਂ ਹੈਰਾਕਲਿਟਸ ਕਹਿੰਦਾ ਮੈਨ ਕੈਨ ਨੈਵਰ ਐਂਟਰ ਦ ਸੇਮ ਰਿਵਰ ਟਵਾਈਸ।
for it is not the same man, it's not the same। ਦੁਨੀਆ ਵਿੱਚ ਜਿਹੜਾ ਵੀ ਵਪਾਰਾ ਵਰਤਦਾ ਹੈ ਮਹਾਰਾਜ, ਉਹ ਸਭ ਬਦਲਾਅ ਵਿੱਚ ਹੈ, ਸਭ ਚੇਂਜ ਵਿੱਚ ਹੈ, ਉਹ ਥਿਰ ਕੁਝ ਵੀ ਨਹੀਂ। ਇਸ ਕਰਕੇ ਥਿਰ ਹੋਣ ਦੀ ਬਹੁਤ ਵੱਡੀ ਕੀਮਤ ਹੈ ਗੁਰਮਤ ਵਿੱਚ ਵੀ। ਮਨ ਨੂੰ ਥਿਰ ਕਰਨ ਦੀ ਵੀ ਕੀਮਤ ਬਹੁਤ ਵੱਡੀ ਹੈ ਔਰ ਬੜਾ ਮੁੱਲ ਹੈ। ਗੁਰੂ ਸਾਹਿਬ ਦੇ ਸ਼ਬਦ ਨੇ, ਥਿਰਗਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਿਸ ਸਵਾਰਨ ਲਈ ਅਸੀਂ ਬਾਹਰ ਘੁੰਮਦੇ ਹਾਂ, ਮਹਾਰਾਜ ਕਹਿੰਦੇ ਉਹ ਅੰਦਰ ਸਵਾਰਿਆ ਜਾਂਦਾ ਹੈ। ਹਾਂ, ਜੋ ਬਦਲਾਅ ਵਿੱਚ ਹੈ ਉਹਨੂੰ ਬਦਲਾਅ ਵਿੱਚ ਰਹਿ ਕੇ ਹੀ ਬਦਲਿਆ ਜਾਏਗਾ। ਪਰ ਇਹਦੇ ਪਿੱਛੇ ਛਿਪੀ ਕਿਹੜੀ ਵਸਤੂ ਹੈ ਜਿਹੜੀ ਇਹਦੇ ਉੱਤੇ ਸਾਰਾ ਬਦਲਾਅ ਹੋ ਰਿਹਾ ਹੈ? ਸਮਝੀਏ ਇਸ ਨੂੰ। ਜਿਵੇਂ ਕਿ ਅਸੀਂ ਕਹੀਏ ਕਿ ਕਿਸੇ ਫੱਟੇ ਤੇ ਅਸੀਂ ਰੰਗ ਕੀਤਾ, ਫਿਰ ਅਸੀਂ ਬਦਲਦੇ ਰਹੇ ਉਸ ਰੰਗ ਨੂੰ, ਤਾਂ ਉਹ ਫੱਟਾ ਹੈ ਤਾਂ ਰੰਗ ਬਦਲਿਆ ਜਾ ਸਕਦਾ ਹੈ। ਜੇ ਉਹ ਫੱਟਾ ਨਾ ਹੋਏ ਤਾਂ ਰੰਗ ਬਦਲਿਆ ਨਹੀਂ ਜਾ ਸਕਦਾ। ਇਸ ਕਰਕੇ ਕੋਈ ਥਿਰ ਵਸਤੂ ਹੈ ਜਿਹਦੇ ਤੇ ਸਾਰਾ ਚੇਂਜ ਹੋ ਰਿਹਾ ਹੈ। ਅਸੀਂ ਪਿਛਲੇ ਦਿਨਾਂ 'ਚ ਆਰਕੀਮੀਡੀਜ਼ ਦੀ ਗੱਲ ਵਿਚਾਰੀ ਸੀ ਕਿ ਥਾਟ ਜਿਹੜੀ ਹੈ ਉਹਨੂੰ ਆਈ ਹੈ, ਉਹ ਤਾਂ ਰਿਲੈਕਸ ਮੋਡ ਵਿੱਚ ਜਾ ਕੇ ਆਪਣਾ ਇਸ਼ਨਾਨ ਕਰਦਾ ਸੀ, ਉਹਨੂੰ ਪ੍ਰਕਾਸ਼ ਹੋਇਆ, ਮਨ ਥਿਰ ਹੋਇਆ ਥੋੜੀ ਦੇਰ। ਇਹ ਥਿਰਤਾ ਦੀ ਬੜੀ ਵੈਲਿਊ ਹੈ। ਜਿਤਨਾ ਮੇਰਾ ਮਾइंड स्टेबल होएगा, जितना मेरा माइंड अनचेंजिंग ਵੱਲ ਜਾਏਗਾ, ਉਤਨਾ ਆਨੰਦ ਵਿੱਚ ਰਹੇਗਾ। ਚੇਂजिंग ਨੂੰ ਵੀ ਅਗਰ ਦੇਖਣਾ ਹੈ, ਜੋ ਬਦਲਿਆ ਜਾ ਰਿਹਾ ਹੈ, ਜੋ ਬਦਲਦਾ ਜਾ ਰਿਹਾ, ਅਗਰ ਉਸ ਨੂੰ ਵੀ ਸਤ ਰੂਪ ਵਿੱਚ ਦੇਖਣਾ ਹੈ ਤਾਂ ਉਸ ਨੂੰ ਅਨਚੇਂजिंग ਤੋਂ ਦੇਖਣਾ ਜ਼ਰੂਰੀ ਹੈ, ਉਸ ਨੂੰ ਥਿਰ ਅਵਸਥਾ ਤੋਂ ਦੇਖਣਾ ਜ਼ਰੂਰੀ ਹੈ। ਕਿਵੇਂ? ਮਤਲਬ ਕਿ ਆਪ ਇੱਕ ਮੂਵਿੰਗ ਆਬਜੈਕਟ ਦੇ ਵਿੱਚ ਬੈਠੇ ਹੋ, ਆਪ ਇੱਕ ਕਾਰ ਵਿੱਚ ਬੈਠੇ ਹੋ, ਉਸ ਤੋਂ ਸਾਰਾ ਆਲਾ ਦੁਆਲਾ ਦੇਖ ਰਹੇ ਹੋ, ਤਾਂ ਉਹ ਬਦਲਦਾ ਜਾ ਰਿਹਾ ਹੈ ਆਪ ਦੇ ਅੰਦਰ ਹੋਣ ਕਰਕੇ, ਪਰ ਉਹਦੀ ਅਸਲੀਅਤ ਨਹੀਂ ਹੈ। ਜਿਵੇਂ ਅਗਰ ਤੁਸੀਂ ਕਿਸੇ ਨੂੰ ਦੂਸਰੀ ਗੱਡੀ ਵਿੱਚ ਦੇਖੋਗੇ, ਉਹ ਵੀ ਗੱਡੀ ਚੱਲ ਰਹੀ ਹੈ, ਤੁਸੀਂ ਵੀ ਚੱਲ ਰਹੇ ਹੋ, ਦੋਨਾਂ ਚੋਂ ਕੋਈ ਵੀ ਥਿਰ ਨਹੀਂ ਹੈ, ਤੇ ਹੁਣ ਤੁਹਾਨੂੰ ਰਿਲੇਟਿਵ ਸਪੀਡ ਵੀ ਰਿਲੇਟਿਵ ਹੈ ਤੁਹਾਡੀ। ਅਗਰ ਉਹ 20 ਕਿਲੋਮੀਟਰ ਤੇ ਤੁਸੀਂ 20 ਤੇ ਹੋ, ਤੇ ਤੁਸੀਂ ਦੋਨੋਂ 0 ਤੇ ਆ ਗਏ। ਅਗਰ ਉਹ ਸਾਹਮਣੇ ਤੋਂ 20 ਤੇ ਆ ਰਿਹਾ, ਤੁਸੀਂ ਇੱਥੋਂ 20 ਤੇ ਜਾ ਰਹੇ ਹੋ, ਤਾਂ 40 ਤੇ ਸਾਡੀ ਰਿਲੇਟਿਵ ਸਪੀਡ 40 ਹੋ ਗਈ। ਇਹਦਾ ਮਤਲਬ ਥਿਰ ਰਹਿਣ ਵਿੱਚ ਹੀ ਸਾਨੂੰ ਸਮਝ ਆਏਗੀ ਕਿ ਅਸਲੀਅਤ ਕੀ ਹੈ। ਜਦੋਂ ਸੜਕ ਬਣਾਉਂਦਾ ਹੈ ਕੋਈ, ਉਹ ਇੰਜੀਨੀਅਰ ਕਹਿੰਦਾ ਮੈਨੂੰ ਇੱਕ ਜਗ੍ਹਾ ਦਿਓ ਜਿੱਥੋਂ ਮੈਂ ਆਪਣਾ ਉਹ ਸਟੈਥੋਸਕੋਪ ਲਗਾ ਕੇ ਮੇਜਰ ਕਰਾਂ ਕਿ ਪਹਾੜ ਕਿਸ ਤਰ੍ਹਾਂ ਨੇ, ਕੰਟੂਰ ਕਿਸ ਤਰ੍ਹਾਂ ਹੈ। ਜੇ ਉਹਨੂੰ ਅਨਚੇਂਜਿੰਗ ਜਗ੍ਹਾ ਦੇਾਂਗੇ, ਉਹ ਆਪਣਾ ਕੰਮ ਨਹੀਂ ਕਰ ਪਾਏਗਾ। ਉਹ ਕਹੇਗਾ ਮੈਨੂੰ ਥਿਰ ਜਗ੍ਹਾ ਚਾਹੀਦੀ ਹੈ। ट्रिग्नोमेट्री ਦਾ ਥਿਓਰਮ ਲਗਾਉਣਾ ਹੈ, ਉਸ ਨੂੰ ਮੇਜਰ ਕਰਨਾ ਹੈ ਕਿ ਕਿੰਨਾ ਨਾਪ ਹੈ। ਅਸਲ ਨਾਪ ਤਾਂ ਹੀ ਪਤਾ ਲੱਗੇਗਾ ਜੇ ਉਹ ਥਿਰ ਹੋਏਗਾ। ਜੇ ਅਥਿਰ ਹੋਏਗਾ ਤਾਂ ਉਹਨੂੰ ਨਾਪ ਨਹੀਂ ਪਤਾ ਲੱਗੇਗਾ। ਤਾਂ ਮਹਾਰਾਜ ਥਿਰ ਹੋਣ ਦੇ ਵਾਸਤੇ ਅਸੀਂ ਕੋਈ ਚੇਂਜ ਲਿਆਣਾ ਹੈ ਤਾਂ ਸਾਨੂੰ ਅਨਚੇਂਜਿੰਗ ਵਿੱਚ ਜਾਣਾ ਪਏਗਾ। ਅਸਲ ਗੱਲ ਇੱਥੇ ਆਉਂਦੀ ਹੈ। ਅਸੀਂ ਕਹਿੰਦੇ ਸੋਸਾਇਟੀ ਵਿੱਚ ਚੇਂਜ ਕਰਨਾ ਹੈ, ਆਪਣੇ ਆਪ ਨੂੰ ਚੇਂਜ ਕਰਨਾ ਹੈ, ਦੁਨੀਆ ਨੂੰ ਬਦਲਣਾ ਹੈ, ਤਾਂ ਸਾਨੂੰ ਥਿਰ ਹੋਣਾ ਪਏਗਾ ਪਹਿਲਾਂ। ਇਹ ਡੂਇੰਗ ਔਰ ਬੀਇੰਗ ਦੀ ਬੜੀ ਵੱਡੀ ਥਿਉਰੀ ਹੈ ਕਿ ਕਰਨ ਦੀ ਸ਼ਕਤੀ ਨਾ ਕਰਨ ਤੋਂ ਆਉਂਦੀ ਹੈ, ਥਿਰ ਹੋਣ ਤੋਂ ਆਉਂਦੀ ਹੈ। ਅਸੀਂ ਕੋਈ ਵੀ ਵੱਡਾ ਕੰਮ ਕਰਨਾ, ਅਸੀਂ ਕਹਾਂਗੇ ਸਾਨੂੰ ਸ਼ਾਂਤ ਸਮਾਂ ਦਿਓ, ਥੋੜਾ ਵਿਚਾਰਨ ਦਾ ਸਮਾਂ ਦਿਓ, ਮੈਨੂੰ ਕੱਲਾ ਛੱਡ ਦਿਓ, ਇਹ ਕੰਮ ਥੋੜਾ ਸੀਰੀਅਸ ਹੈ, ਮੈਨੂੰ ਮਨ ਨੂੰ ਸ਼ਾਂਤ ਕਰਨਾ ਹੈ, ਤਾਂ ਮੈਂ ਉਸ ਕੰਮ 'ਚ ਉਤਰ ਸਕਦਾ। ਅਸੀਂ ਇਹ ਗੱਲ ਵਿਚਾਰੀ ਸੀ ਕਿ 4 ਲੋਕ ਸਾਡੇ ਆਲੇ ਦੁਆਲੇ ਹੋਣ, ਅਸੀਂ ਇੱਕ ਨਾਲ ਇੱਕ ਵਾਰੀ ਗੱਲ ਕਰਾਂਗੇ, ਇੱਕ ਨਾਲ ਹੀ ਇੱਕ ਵਾਰੀ 'ਚ ਗੱਲ ਕਰਾਂਗੇ, ਭਾਵੇਂ ਉਹ 4 2 ਮਿੰਟ 'ਚ ਮੈਂ ਟਾਲਦੇ ਆ, 2 ਮਿੰਟ 'ਚ ਉਹਨੂੰ ਸਭ ਨੂੰ ਨਿਬੇੜਦੇ ਆ, ਪਰ ਮੈਂ ਇੱਕ 10 ਸੈਕਿੰਡ 15 ਸੈਕਿੰਡ 20 ਸੈਕਿੰਡ ਇੱਕ ਨੂੰ ਦਿਆਂਗਾ, ਇੱਕ ਨੂੰ ਹੀ ਦੇ ਸਕਦਾ। ਤਾਂ ਉਸ ਸਥਿਰਤਾ ਵਿੱਚ ਹੀ ਮੇਰੀ ਬਦਲਾਅ ਦੀ क्षमता है। ਜਦੋਂ ਮਨ ਥਿਰ ਹੋ ਜਾਂਦਾ ਹੈ
ਤਾਂ ਇਹਨੂੰ ਗਿਆਨ ਵੀ ਹੋ ਜਾਂਦਾ ਹੈ। ਤਾਂ ਮਨ ਨੂੰ ਥਿਰ ਕਰਨਾ, ਮਨ ਨੂੰ ਸਟੇਬਲ ਕਰਨਾ, ਇਹ ਸਾਡੀ ਪ੍ਰਾਈਮ ਡੈਡੀਕੇਸ਼ਨ ਹੋਣੀ ਚਾਹੀਦੀ ਹੈ। ਸਮਾਂ ਦੇਣਾ ਚਾਹੀਦਾ ਹੈ ਕਿ ਜਦੋਂ ਸ਼ਬਦ ਅਭਿਆਸ ਵਿੱਚ ਬੈਠੀਏ ਤਾਂ ਅਸੀਂ ਥਿਰ ਹੋ ਕੇ ਬੈਠੀਏ, ਮਨ ਥਿਰ ਹੋ ਕੇ ਬੈਠੇ। ਸਾਵਧਾਨ ਏਕਾਗਰ ਚੀਤ। ਇੱਕ ਚਿੱਤ ਦਾ ਕੀ ਮਤਲਬ ਹੈ? ਇੱਕ ਚਿੱਤ ਦਾ ਮਤਲਬ ਹੈ ਕਿ ਦੋ ਥਾਟ ਨਹੀਂ ਰਹੀ। ਹੁਣ ਸੰਕਲਪ ਔਰ ਵਿਕਲਪ, ਇਹ ਦੋ ਪੋਜ਼ਿਟਿਵ ਨੈਗੇਟਿਵ ਥਾਟਸ ਹੈ ਮਨ ਵਿੱਚ, ਇਹ ਦੋਨੋਂ ਖਤਮ ਹੋ ਗਈਆਂ। ਹੁਣ ਇੱਕ ਥਾਟ ਰਹਿ, ਇੱਕ ਚਿੱਤ ਰਹਿ ਗਿਆ ਦੋਨਾਂ ਦਾ। ਤਾਂ ਇਹ ਵਿਚਾਰਨ ਵਾਲੀ ਗੱਲ ਹੈ, ਕਿਤਨਾ ਸਮਾਂ ਮੇਰਾ ਜੀਵਨ 'ਚ ਹੁੰਦਾ ਹੈ ਜਦੋਂ ਮੈਂ ਇੱਕ ਚਿੱਤ ਹੁੰਦਾ ਹਾਂ। ਉਤਨੀ ਪੋਸਿਬਿਲਿਟੀ ਆਪ ਦੇ ਕਾਲ ਨੂੰ ਫਤਿਹ ਕਰਨ ਦੀ ਵੱਧ ਜਾਂਦੀ ਹੈ। ਉਤਨੀ ਪੋਸਿਬਿਲਿਟੀ ਇੱਕ ਓਮਕਾਰ ਦੀ ਕਮਾਈ ਦੀ ਵੱਧ ਜਾਂਦੀ ਹੈ। ਉਤਨੀ ਪੋਸਿਬਿਲਿਟੀ ਨਿਰਾਕਾਰ ਨੂੰ ਜਾਣਨ ਦੀ ਵੱਧ ਜਾਂਦੀ ਹੈ ਜਿਤਨਾ ਮੈਂ ਥਿਰ ਹੋ ਜਾਂਦਾ ਹਾਂ। ਮਹਾਰਾਜ ਨੇ ਕਈ ਜਗ੍ਹਾ ਸਾਨੂੰ ਸਮਝਾਇਆ ਹੈ, ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਇਹਦੇ ਨਾਲ ਥਿਰਤਾ ਦਾ ਰਿਲੇਸ਼ਨਸ਼ਿਪ ਹੈ। ਮਨ ਦਾ ਰੰਗ, ਮਨ ਦੀ ਰੰਗ ਦੀ ਗੱਲ ਹੈ, ਨਾਮ ਦੀ ਗੱਲ ਹੈ। ਇਹਦੇ ਨਾਲ ਥਿਰਤਾ ਦਾ ਰਿਲੇਸ਼ਨਸ਼ਿਪ ਹੈ। ਥਿਰਗਰ ਬੈਸੋ ਤਾਂ ਸਿੱਧੀ ਗੱਲ ਹੈ ਹੀ। ਕਈ ਜਗ੍ਹਾ ਸਾਨੂੰ ਸਮਝਾਉਂਦੇ ਨੇ ਮਹਾਰਾਜ ਬਾਰ-ਬਾਰ। ਸੰਤੋਖ ਦਾ ਰਿਲੇਸ਼ਨਸ਼ਿਪ ਥਿਰਤਾ ਨਾਲ ਹੈ। ਐਰਣ ਮਤ ਥਿਰ ਮਨ ਦੀ ਗੱਲ ਹੈ। ਤਾਂ ਜਿਸਨੇ ਵੀ ਗਿਆਨ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਜਾਣਿਆ ਹੈ, ਉਹਨਾਂ ਨੇ ਸਾਨੂੰ ਸਮਝਾਇਆ ਹੈ। ਕਈ ਕਾਨੂੰਨ ਸਮਝਾਏ ਹਨ, ਕਈ ਹੁਕਮ ਦੀਆਂ ਗੱਲਾਂ ਸਮਝਾਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦਾ ਇੱਕ ਸੰਮੇਲਨ ਹੈ, ਇੱਕ ਇਕੱਠਾ ਕਰਕੇ, ਇੱਕ ਸ਼ੁੱਧੀਕਰਨ ਕਰਕੇ ਉਸ ਨੂੰ ਪ੍ਰਗਟ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦਾਂ ਨੂੰ ਕੀਤਾ ਹੈ। ਐਸੇ ਕਰਕੇ ਗੁਰੂ ਸਾਹਿਬ ਸਾਨੂੰ ਸੁੱਖ ਔਰ ਦੁੱਖ ਨੂੰ ਸਮਕਤ ਦੇਖਣ ਦੇ ਆਦੇਸ਼ ਕਰਦੇ ਹੈ, ਕਿਉਂਕਿ ਸੁੱਖ ਔਰ ਦੁੱਖ ਜਿਹੜੇ ਹੈ, ਦੋਨਾਂ ਵਿੱਚ ਰਵਾਂਗੇ ਤੇ ਡਿਵਾਈਡਡ ਮਨ ਰਹੇਗਾ। ਮਹਾਰਾਜ ਕਹਿੰਦੇ ਇਹਦੇ ਪਾਰ ਜਾਣਾ ਹੈ। ਆਨੰਦ ਦਾ ਕੋਈ ਐਬਸੋਲੂਟ ਨਹੀਂ ਹੈ। ਆਨੰਦ ਆਪਣੇ ਆਪ ਵਿੱਚ ਇੱਕ ਐਬਸੋਲੂਟ ਵਰਡ ਹੈ, ਇਹਦਾ ਕੋਈ ਆਪੋਜ਼ਿਟ ਨਹੀਂ ਹੈ। ਸੌਰੀ, ਜਿਵੇਂ ਸੁੱਖ ਦਾ ਆਪੋਜ਼ਿਟ ਦੁੱਖ ਹੈ, ਇਸ ਤਰ੍ਹਾਂ ਜਿਹੜਾ ਅਧਿਆਤਮਕ ਸੁੱਖ ਹੈ ਉਹਦਾ ਕੋਈ ਆਪੋਜ਼ਿਟ ਨਹੀਂ ਹੈ, ਕਿਉਂਕਿ ਉਹ ਬਿਨਾਂ ਕਿਸੇ ਕਾਰਨ ਹੈ। ਉਹ ਮੇਰੀ ਮਨ ਦੀ ਅਵਸਥਾ ਕਰਕੇ ਹੈ, ਉਹ ਨਿਰਾਕਾਰ ਦੇ ਨੇੜੇ ਹੋਣ ਕਰਕੇ ਹੈ, ਉਸ ਇੱਕ ਓਂਕਾਰ ਨੂੰ ਅੰਤਰ ਵਿੱਚ ਪ੍ਰਗਟ ਕਰਨ ਕਰਕੇ ਹੈ। ਇਸ ਤਰ੍ਹਾਂ ਦੇਖੀਏ ਤੇ ਇੱਕ ਓਂਕਾਰ ਇੱਕ ਸੈਲੀਬ੍ਰੇਸ਼ਨ ਹੈ, ਏਕਾ ਦੀ, ਮਿਲਣ ਦੀ, ਸਭ ਦੇ ਇੱਕ ਹੋਣ ਦੀ, ਸਭ ਡਿਵੀਜ਼ਨਸ ਗਿਰਨ ਦੀ। ਇਹ ਸਾਰੀ ਸ੍ਰਿਸ਼ਟੀ, ਸਾਰਾ ਬ੍ਰਹਮੰਡ ਸਭ ਇੱਕੋ ਹੈ। ਇਸ ਕਰਕੇ ਜਿਸਨੇ ਜਾਣਿਆ ਉਹ ਸਭ ਕੁਝ ਜਾਣ ਲਿਆ, ਕਿਉਂਕਿ ਉਹ ਇੱਕ ਹਰ ਜਗ੍ਹਾ ਪ੍ਰਗਟ ਹੈ ਔਰ ਹਰ ਜਗ੍ਹਾ ਕੰਪਲੀਟ ਹੈ। ਇਸ ਤਰ੍ਹਾਂ ਨਹੀਂ ਹੈ ਕਿ ਉਹ ਇਨਸਾਨੀ ਪ੍ਰਾਇੋਰਿਟੀ ਜ਼ਿਆਦਾ ਹੈ, ਕਿ ਉਹ ਇਨਸਾਨ ਨੂੰ ਜ਼ਿਆਦਾ ਮੁੱਲ ਦਿੰਦਾ ਹੈ। ਉਹ ਕੇਅਰ ਹਰ ਜਗ੍ਹਾ ਉਤਨੀ ਕਰਦਾ ਹੈ। ਜੀਵਨ ਨੂੰ ਪ੍ਰਗਟ ਕਰਨ ਲਈ ਐਨਰਜੀ ਲੱਗਦੀ ਹੈ। ਆਨੰਦ ਸਾਹਿਬ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਹੈ ਕਿ ਊਰਜਾ ਲੱਗਦੀ ਹੈ, ਅਗਨ ਲੱਗਦੀ ਹੈ, ਤੇ ਪੇਟ ਵਿੱਚ ਸ਼ਕਤੀ ਬਣਦੀ ਹੈ, ਉਹਦੇ ਨਾਲ ਬੱਚਾ ਬਣਦਾ ਹੈ। ਔਰ ਕਿਤਨੀ ਕੇਅਰ ਕਰਦਾ ਹੈ। ਤੁਸੀਂ ਕਦੇ ਇਸ ਨੂੰ ਦੇਖੋ ਕਿ ਕੰਨ ਕਿਵੇਂ ਬਣਦੇ ਬੱਚੇ ਦੇ, ਨੱਕ ਕਿਵੇਂ ਬਣਦੇ ਹੈ, ਜ਼ੁਬਾਨ ਕਿਵੇਂ ਬਣਦੀ ਹੈ, ਉਹਦਾ ਦਿਲ ਕਿਵੇਂ ਬਣਦਾ ਹੈ। ਇਵੇਂ ਸਾਡਾ ਹਰ ਇੱਕ ਪੁਰਜਾ ਉਸਨੇ ਘੜਿਆ ਹੈ। कितनी एनर्जी लगी है, कितना एफर्ट लग गया है। प्रेम करके एफर्ट है, प्रेम करके पॉसिबिलिटीज हैं, प्रेम करके साडा होना है। पर ਇਹਦੇ ਨਾਲ ਸਾਹਿਬ ਨੇ ਸਾਨੂੰ, ਨਿਰਾਕਾਰ ਨੇ ਸਾਨੂੰ ਫ੍ਰੀडम ਦਿੱਤੀ ਹੈ, फ्री विल ਦਿੱਤੀ ਹੈ टू चूज। चॉइस मेरी है। अगर मैं जीवन हुक्म के अनुसार जियांगा
ਹੁਕਮ ਦੇ ਵਿੱਚ ਲੀਨ ਹੋ ਕੇ ਜੀਵਾਂਗਾ, ਹੁਕਮ ਦੇ ਵਿੱਚ ਜਾਣਨ ਦੀ ਵਿਧੀ ਕਰਕੇ ਜੀਵਾਂਗਾ, ਜੀਵਨ ਕੁਝ ਹੋਰ ਬਣੇਗਾ। ਅਗਰ ਮੈਂ ਹੁਕਮ ਨੂੰ ਇਗਨੋਰ ਕਰਕੇ ਜੀਵਾਂਗਾ, ਜੀਵਨ ਕੁਝ ਹੋਰ ਬਣੇਗਾ। ਪਰ ਇਹ ਫ੍ਰੀडम ਆਫ ਚੋਇਸ ਮੇਰੀ ਹੈ, ਔਰ ਜੋ ਮੈਂ ਚੂਜ਼ ਕਰਾਂਗਾ ਉਹਦਾ ਰੈਪਰਕਸ਼ਨ ਮੇਰਾ ਹੈ, ਉਹਦੇ ਚ ਉਸਦਾ ਕੋਈ ਹੱਥ ਨਹੀਂ ਹੈ। ਇਸ ਕਰਕੇ ਅਗਰ ਮੈਂ ਗਲਤ ਚੀਜ਼ ਚੂਜ਼ ਕਰਦਾ ਤਾਂ ਉਹ ਹੋ ਸਕਦਾ ਹੈ ਗਿਆਨ ਸਾਨੂੰ ਦਿੰਦਾ ਹੈ। ਕਿਵੇਂ ਦਿੰਦਾ ਹੈ? ਦਰਦ ਦੇ ਜ਼ਰੀਏ ਦਿੰਦਾ ਹੈ, ਦੁੱਖ ਦੇ ਜ਼ਰੀਏ ਸਾਨੂੰ ਗਿਆਨ ਦਿੰਦਾ ਹੈ ਕਿ ਗਲਤ ਰਸਤੇ ਪੈ ਗਏ। ਤਾਂ ਸਾਨੂੰ ਗੁਰਮੁਖ ਕੋਲ ਐਬਿਲਿਟੀ ਹੈ ਕਿ ਦੁੱਖ ਨੂੰ ਵੀ ਉਹ ਕਨਵਰਟ ਕਰ ਦਿੰਦਾ ਹੈ, ਉਸ ਨੂੰ ਵੀ ਉਹ ਹੀਲਿੰਗ ਐਨਰਜੀ ਬਣਾ ਦਿੰਦਾ ਹੈ, ਉਸ ਨੂੰ ਵੀ ਦਾਰੂ ਬਣਾ ਦਿੰਦਾ ਹੈ, ਉਸ ਨੂੰ ਵੀ ਆਨੰਦ ਵਿੱਚ ਜਾਣ ਦੀ ਵਿਧੀ ਬਣਾ ਲੈਂਦਾ ਹੈ। ਦਰਅਸਲ ਗੁਰਮਤ ਜੀਵਨ ਜਿਹੜਾ ਹੈ ਉਹਦੇ ਵਿੱਚ ਚਿੱਤ ਵੀ ਮੇਰੀ ਔਰ ਪਤ ਵੀ ਮੇਰੀ ਦੋਨੋਂ ਹੈ। ਇਹ ਕਿਵੇਂ ਹੈ? ਪਹਿਲੀ ਗੱਲ ਤੇ ਇਹ ਹੈ ਕਿ ਪ੍ਰੇਮ ਜਿਹੜੀ ਖੇਡ ਹੈ, ਜਿਹੜੀ ਪ੍ਰੇਮ ਦੀ, ਉਹਦੇ ਵਿੱਚ ਕੋਈ ਹਾਰਦਾ ਨਹੀਂ। ਪ੍ਰੇਮ ਵਿੱਚ ਸਭ ਜਿੱਤ ਕੇ ਜਾਂਦੇ ਆ, ਜੋ ਪ੍ਰੇਮ ਵਿੱਚ ਜਾਏਗਾ ਉਹ ਜਿੱਤ ਕੇ ਜਾਏਗਾ। ਦੂਸਰੀ ਗੱਲ ਇਹ ਹੈ ਕਿ ਨੈਗੇਟਿਵ એનર્ਜੀ ਜਿਹੜੀ ਗੁਰਮੁਖ ਕੋਲ ਆਏਗੀ ਉਸ ਨੂੰ ਉਹ ਕਨਵਰਟ ਕਰੇਗਾ ਬ੍ਰਹਮ ਗਿਆਨ ਵੱਲ। ਇਸ ਕਰਕੇ ਜਿੰਨਾ ਵੱਡਾ ਹਾਦਸਾ ਉਹਦੇ ਨਾਲ ਹੋਏਗਾ ਉਤਨਾ ਹੀ ਜ਼ਿਆਦਾ ਸ਼ਕਤੀ ਉਹਦੀ ਬ੍ਰਹਮ ਗਿਆਨ ਵਿੱਚ ਜਾਏਗੀ। ਹਾਦਸਾ ਇੱਕ એનર્ਜੀ ਹੈ, ਇਹਨੂੰ ਇਸ ਤਰ੍ਹਾਂ ਜਾਣੀਏ। ਮਾੜਾ ਹੋਣਾ ਮੇਰੇ ਨਾਲ ਇੱਕ એનર્ਜੀ ਹੈ। ਤਾਂ ਮੌਤ ਤੋਂ ਅੱਗੇ ਕੀ ਹਾਦਸਾ ਹੈ ਮਹਾਰਾਜ? ਮੌਤ। ਭਗਤ ਕਬੀਰ ਸਾਨੂੰ ਕਹਿੰਦੇ ਸੂਰਮਿਆਂ ਦੇ ਵਰਗਾ ਅਨਾਉਂਸ ਕਰਦੇ ਆ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਤਾਂ ਮੌਤ ਇੱਕ ਸਾਡਾ ਅਲਟੀਮੇਟ ਟ੍ਰੈਜੇਡੀ ਹੈ ਸਾਡੇ ਲਈ, ਉਹਦੇ ਲਈ ਆਨੰਦ ਹੈ, ਉਹਦੇ ਲਈ ਅਲਟੀਮੇਟ ਆਨੰਦ ਹੈ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਹੁਣ ਇਸ ਤੋਂ ਅੱਗੇ ਕਿਹੜਾ ਪਰਮ ਆਨੰਦ? ਅਲਟੀਮੇਟ ਟ੍ਰੈਜੇਡੀ ਨੂੰ ਅਲਟੀਮੇਟ ਵਿਕਟਰੀ ਬਣਾ ਰਹੇ ਹੈ। ਦੇਖੋ ਮਾਰਾ, ਇਹ ਗੇਮ ਹੈ ਜਿੱਤਣ ਦੀ, ਜਿੱਤ ਕੇ ਜਾਣ ਵਾਲਿਆਂ ਦੀ। ਦੂਸਰੇ ਪੱਖ ਵਿੱਚ ਜਿਸ ਕੋਲ ਸੁੱਖਾਂ ਦਾ ਵੀ ਭੰਡਾਰ ਹੈ, ਗੁਰਮੁਖ ਨਹੀਂ ਹੈ, ਮਤਲਬ ਉਹਨੂੰ ਮੌਤ ਔਰ ਜੀਵਨ ਦੇ ਗਹਿਨ ਅਭਿਆਸ ਦੀ ਲੋੜ ਮਹਿਸੂਸ ਨਹੀਂ ਹੁੰਦੀ, ਨਾਮ ਨਾਲ ਜੁੜਨ ਦੀ ਵਿਧੀ ਨਹੀਂ ਜਾਣ ਪੈਂਦਾ, ਉਹਦੇ ਲਈ ਸਾਰੇ ਭੰਡਾਰ ਵੀ ਦੁਨੀਆ ਦੇ ਆ ਜਾਣ। ਜਿਤਨਾ ਜ਼ਿਆਦਾ ਹੋਏਗਾ ਉਤਨੇ ਜ਼ਿਆਦਾ ਦੁੱਖ ਦੇ ਕਾਰਨ ਬਣਨਗੇ, ਉਤਨਾ ਵੱਡਾ ਨਰਕ ਬਣੇਗਾ। ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਹੋਏ ਸੁਖੀਆ। ਕਰੋੜਾਂ ਬੰਧਨ ਪੈ ਗਏ, जितने बंधन पै गए उतने दुख के कारण बन गए। जितना मैं अपने आप को उलझा लिया, जितना मैं ज्यादा पावर ਨੂੰ सीख करदा होया, पावर ਦੇ ਵਿੱਚ ਹੋਰ ਉੱਪਰ ਜਾਂਦਾ ਰਿਹਾ, उतनी मेरी वीकनेस ਵੱਧਦੀ ਰਹੀ, उतनी मेरी स्टेबिलिटी घटदी रही, उतनी मेरी इनसिक्योरिटी ਵੱਧਦੀ जाएगी। ਹੁਣ ਸਾਰੀ ਸ੍ਰਿਸ਼ਟੀ ਦਾ ਮੈਂ ਰਾਜਾ ਬਣ ਗਿਆ, ਹੁਣ ਮੇਰਾ ਲਾਸ ਕੰਪਲੀਟ ਹੋਣ ਵਾਲਾ ਹੈ। ਹੁਣ ਮੈਂ ਸਾਰੀ ਸ੍ਰਿਸ਼ਟੀ ਦਾ ਨੂੰ ਗਵਾਉਣ ਵਾਲਾ ਹਾਂ। ਆਪ ਸਮਝ ਰਹੇ ਹੋ ਗੱਲ ਨੂੰ? ਜਿੰਨਾ ਮੇਰੇ ਕੋਲ ਜ਼ਿਆਦਾ ਹੈ ਉਤਨਾ ਜ਼ਿਆਦਾ ਮੈਂ ਗਵਾਵਾਂਗਾ, ਔਰ ਮੈਨੂੰ ਉਸ ਗਵਾਉਣ ਦੀ, ਉਸ ਲਾਸ ਦੇ ਆਉਣ ਦੀ ਕੋਈ ਤਿਆਰੀ ਨਹੀਂ ਹੈ, ਕਿਉਂਕਿ ਲਾਸ ਨੂੰ ਸਿਰਫ ਸੰਭਾਲਿਆ ਜਾ ਸਕਦਾ ਗੁਰਮੁਖ ਐਟੀਟਿਊਡ ਤੋਂ, ਗੁਰਮਤ ਗਿਆਨ ਤੋਂ। ਮੇਰੀ ਕੋਈ ਤਿਆਰੀ ਨਹੀਂ ਹੈ। ਇਸ ਕਰਕੇ ਹੁਣ ਮੇਰੀ ਰਾਤ ਦੀ ਨੀਂਦਰ ਵੀ ਗਈ, ਦਿਨ ਦਾ ਚੈਨ ਵੀ ਗਿਆ। ਹੁਣ ਮੇਰਾ ਹਰ ਖਿੰਨ ਨਰਕ ਹੋ ਗਿਆ। ਆਪ ਥੋੜਾ ਜਿਹਾ ਅਸੀਂ ਲੋਕ ਇਹ ਸੋਚਦੇ ਆ, ਕਈ ਵਾਰ ਮੈਂ ਜਦੋਂ ਸੈਸ਼ਨ ਜੁਆਇੰਟ ਕਈ ਵਾਰੀ ਕੀਤੇ ਪਿਛਲੇ ਕਈ ਸਾਲਾਂ ਵਿੱਚ, ਤੇ ਇੱਕ ਦੋ ਵਾਰ ਮੈਂ ਇਸ ਤਰ੍ਹਾਂ ਦੀ ਐਕਸਪਲੋਰੇਸ਼ਨ ਜ਼ਰੂਰ ਕੀਤੀ ਕਿ ਅਸੀਂ ਦੇਖੀਏ ਇਨਸਾਨ ਕਿੱਧਰ ਜਾਂਦਾ ਹੈ। ਇਨਸਾਨ ਉਧਰ ਜਾਂਦਾ ਹੈ ਜਿੱਥੇ ਉਹਦਾ ਮਨ ਹੁੰਦਾ ਹੈ। ਤਾਂ ਮੈਂ ਬਾਅਦ ਦਫਾ ਪੁੱਛ ਲੈਂਦਾ ਹੁੰਦਾ
ਕਿ ਜੀ ਆਪ ਦਾ ਰੋਲ ਮਾਡਲ ਕੌਣ ਹੈ ਜੀਵਨ 'ਚ। ਲਾਜ਼ਮੀ ਗੱਲ ਹੈ, ਜੋ ਮੇਰਾ ਰੋਲ ਮਾਡਲ ਹੋਏਗਾ ਮੇਰਾ ਜੀਵਨ ਉਧਰ ਹੀ ਜਾਏਗਾ। ਇੱਕ ਜਨ ਨੇ ਮੈਨੂੰ ਇੱਕ ਵਾਰ ਕਿਹਾ ਕਿ ਬਿਲ ਕਲਿੰਟਨ, ਮੈਂ ਤਾਂ हैरान हो गया, मेरा तो सीना धड़क गया बिल्कुल। जितनी ज्यादा पावर है उतना मैं सोच रहा कि मैं आनंद ज्यादा है। सब तो बड़ा धोखा है। ਹੁਣ ਇੱਥੇ ਬੜਾ ਵੱਡਾ ਮੁਸੀਬਤ ਆਉਣ ਵਾਲੀ, ਕਿਉਂਕਿ ਨਾ ਤਾਂ ਮੈਂ ਬਿਲ ਕਲਿੰਟਨ ਬਣ ਸਕਾਂਗਾ और वो स्ट्रगल बड़ी लंबी है, तो सारा जीवन स्ट्रगल च ही निकल जाएगा। वो खुदा ना खास्ता किते बन गया तो नुकसान ਉਹਦਾ ਹੋਣ ਵਾਲਾ ਹੈ। ਜੀਵਨ ਦੀ ਸਾਈਕੋਲੋਜੀ ਨੂੰ ਸਮਝੇ ਬਿਨਾ ਜੀਵਨ ਨੂੰ ਜੀਣਾ ਸਿਆਣਪ ਨਹੀਂ ਹੈ। ਤਾਂ ਗੁਰੂ ਸਾਹਿਬ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਆ ਕਿ ਵੀ ਇਹ ਇੱਕ ਵਸਤੂ ਹੈ, ਇਹਦਾ ਵਪਾਰ ਅਸੀਂ ਕਰ ਰਹੇ ਹਾਂ, ਸਵਾਸ ਸਾਡੇ ਜਾ ਰਹੇ ਨੇ, ਤਾਂ ਕਿਹਦੇ ਲਈ ਵੇਚ ਰਹੇ ਹਾਂ ਸਮਝੀਏ ਤੇ ਸਹੀ। ਪਹਿਲੇ ਵਸਤੂ ਨੂੰ ਸਮਝੀਏ। ਇੱਕ ਓਂਕਾਰ ਇਹਦਾ ਪ੍ਰਗਟਾਵਾ ਹੈ ਕਿ ਦੁਨੀਆ ਵਿੱਚ ਸਟੇਬਿਲਿਟੀ, ਸਥਿਰਤਾ, ਆਨੰਦ, ਪ੍ਰੇਮ ਇਹਦੇ ਵਿੱਚ ਛਿਪਿਆ ਹੈ। ਔਰ ਸਾਰੀ ਸ੍ਰਿਸ਼ਟੀ ਇਸ ਇੱਕ ਦੇ ਆਲੇ ਦੁਆਲੇ, ਇਸ ਇੱਕ ਦੇ ਪ੍ਰਗਟਾਵੇ ਵਿੱਚ, ਇਸ ਇੱਕ ਦੇ ਪਾਵਰ ਵਿੱਚ, ਇਸ ਇੱਕ ਦੇ ਇਨਫਲੂਐਂਸ ਵਿੱਚ, ਇਸ ਇੱਕ ਦੇ ਹੁਕਮ ਵਿੱਚ ਸਭ ਕੁਝ ਚੱਲਦਾ ਹੈ। ਉਹਦੇ ਆਦੇਸ਼ ਵਿੱਚ ਚੱਲਦਾ ਹੈ, ਉਸ ਤੋਂ ਡਰ ਕੇ ਚੱਲਦਾ ਹੈ।